ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਤੁਹਾਡੀ ਆਪਣੀ ਜੋਤੀ। ਕਹਾਣੀ ਜ਼ਿੰਦਗੀ ਦੀ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੀ ਸੇਵਾ ਦੇ ਵਿੱਚ। ਕਹਾਣੀ ਜ਼ਿੰਦਗੀ ਦੀ, ਜਿਹਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਅਲੱਗ-ਅਲੱਗ ਕਹਾਣੀਆਂ ਦੇ ਬਾਰੇ, ਹੈਲਥ ਕੰਡੀਸ਼ਨਸ ਦੇ ਬਾਰੇ, ਜਾਂ ਤੁਹਾਡੀਆਂ ਆਪਣੀਆਂ ਨਿੱਜੀ ਕਹਾਣੀਆਂ ਦੇ ਬਾਰੇ। ਤੁਸੀਂ ਕਿੱਦਾਂ ਇਸ ਕੰਟਰੀ ਵਿੱਚ ਆਏ ਸੀ, ਕਿੱਦਾਂ ਆਪਣੇ ਆਪ ਨੂੰ ਸੈੱਟ ਕੀਤਾ। ਇੱਦਾਂ ਦੀਆਂ ਬਹੁਤ ਕਹਾਣੀਆਂ ਹੁੰਦੀਆਂ ਜਿਹੜੀਆਂ ਸਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਹੁੰਦੀਆਂ ਆ। ਉਹਨਾਂ ਕਹਾਣੀਆਂ ਵਿੱਚੋਂ ਇੱਕ ਕਹਾਣੀ ਅੱਜ ਮੈਂ ਇੱਕ ਹੋਰ ਲੈ ਕੇ ਆਈ ਹਾਂ ਤੁਹਾਡੇ ਸਾਰਿਆਂ ਦੇ ਸਾਹਮਣੇ। ਅੱਜ ਦੀ ਜਿਹੜੀ ਕਹਾਣੀ, ਅੱਜ ਦਾ ਜਿਹੜਾ ਨਾਮ, ਇਹਨਾਂ ਨੂੰ ਤੁਸੀਂ ਸਭ ਨੇ ਰੇਡੀਓ ਸਟੇਸ਼ਨਾਂ 'ਤੇ ਬਹੁਤ ਦੂਰ ਦੂਰ ਤੱਕ ਇਹਨਾਂ ਦੀ ਆਵਾਜ਼ ਨੂੰ ਸੁਣਿਆ ਆ, ਇਹਨਾਂ ਨੂੰ ਪਹਿਚਾਣਦੇ ਵੀ ਹੋ। ਅਤੇ ਉਹਨਾਂ ਨੂੰ ਅੱਜ ਮੈਂ ਤੁਹਾਡੇ ਰੂਬਰੂ ਕਰਾਉਣ ਜਾ ਰਹੀ ਹਾਂ ਅਤੇ ਉਮੀਦ ਕਰਦੀ ਹਾਂ ਤੁਸੀਂ ਇਹਨਾਂ ਨੂੰ ਦੇਖ ਕੇ ਵੀ ਖੁਸ਼ ਹੋਵੋਗੇ, ਕਿਉਂਕਿ ਇੱਕ ਰੇਡੀਓ ਪਰਸਨੈਲਿਟੀ ਜਿਹੜੀ ਹੁੰਦੀ ਆ ਉਹ ਰੇਡੀਓ 'ਤੇ ਸਾਨੂੰ ਦਿਖਾਈ ਨਹੀਂ ਦਿੰਦੇ, ਲੇਕਿਨ ਅਸੀਂ ਉਹਨਾਂ ਨੂੰ ਸੁਣਦੇ ਜ਼ਰੂਰ ਹੈਗੇ ਆ। ਅੱਜ ਮੇਰੇ ਨਾਲ ਸਾਡੇ ਸ਼ੋਅ ਦੇ ਵਿੱਚ ਬਾਵਾ ਵਿਕਰਮਜੀਤ ਸਿੰਘ, ਉਹ ਮੇਰੇ ਸ਼ੋਅ ਦਾ ਹਿੱਸਾ ਬਣ ਰਹੇ ਆ। ਮੈਂ ਉਹਨਾਂ ਦਾ ਸਵਾਗਤ ਕਰਦੀ ਹਾਂ ਪਹਿਲਾਂ ਤਾਂ, ਜਿਨ੍ਹਾਂ ਨੇ ਅੱਜ ਸਾਨੂੰ ਟਾਈਮ ਦਿੱਤਾ ਸੰਗਤ ਟੀਵੀ 'ਤੇ ਆ ਕੇ ਆਪਣੀ ਜ਼ਿੰਦਗੀ ਦੀ ਕਹਾਣੀ ਦੱਸਣ ਲਈ ਵੀ ਕੀ ਮੁਸ਼ਕਿਲਾਂ ਉਹਨਾਂ ਦੀ ਜ਼ਿੰਦਗੀ ਵਿੱਚ ਆਈਆਂ, ਕਿਹੜੇ ਉਤਾਰ ਚੜ੍ਹਾਅ ਆਏ, ਕਿੰਨੇ ਉਹਨਾਂ ਨੇ ਵੀ ਔਖੇ ਟਾਈਮ ਦੇਖੇ ਜਦੋਂ ਉਹ ਆਪਣੇ ਮੁਲਕ ਤੋਂ ਇਸ ਮੁਲਕ ਆਏ ਸੀਗੇ। ਅੱਜ ਉਹਨਾਂ ਦੇ ਬਾਰੇ ਹੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਸਵਾਗਤ ਕਰਦੀ ਹਾਂ ਸਾਡੇ ਸੰਗਤ ਟੀਵੀ 'ਤੇ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਜੋਤੀ ਜੀ। ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਤੇ ਸੰਗਤ ਟੀਵੀ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ। ਸਾਡਾ ਵੀ ਮਾਣ ਹੈਗਾ ਬਾਬਾ ਜੀ, ਤੁਸੀਂ ਅੱਜ ਆਏ ਕਿ ਆਪਣਾ ਕੀਮਤੀ ਟਾਈਮ ਸਾਨੂੰ ਕੱਢ ਕੇ ਦਿੱਤਾ। ਤੇ ਅੱਜ ਗੱਲਬਾਤ ਕਰਾਂਗੇ ਬਾਬਾ ਜੀ ਦੇ ਨਾਲ। ਬਾਬਾ ਜੀ, ਆਪਾਂ ਸ਼ੋਅ ਨੂੰ ਅੱਗੇ ਲੈ ਕੇ ਜਾਣ ਤੋਂ ਪਹਿਲਾਂ ਥੋੜਾ ਜਿਹਾ ਤੁਸੀਂ ਮੈਨੂੰ ਆਪਣੇ ਬੈਕਗ੍ਰਾਉਂਡ ਬਾਰੇ ਦੱਸੋ। ਤੁਸੀਂ ਪਿੱਛੇ ਤੋਂ ਕਿੱਥੇ ਹੋ ਤੇ ਕਿੱਥੇ ਤੋਂ ਹੈਗੇ ਆ? ਹਾਂਜੀ ਜੋਤੀ ਜੀ, ਮੇਰਾ ਜਿਹੜਾ ਜਨਮ ਹੈ ਪਿੰਡ ਸੇਖਾ ਕਲਾਂ ਜੀ, ਜ਼ਿਲ੍ਹਾ ਫਿਰੋਜ਼ਪੁਰ ਤੇ ਤਹਿਸੀਲ ਮੋਗਾ ਦੇ ਵਿੱਚ ਹਾਂਜੀ ਮੇਰਾ ਜਨਮ ਹੋਇਆ 1952 ਦੇ ਵਿੱਚ ਜੀ। ਪਰ ਅੱਜ ਜਿਹੜਾ ਸਾਡਾ ਪਿੰਡ ਹੈ ਉਹ ਜ਼ਿਲ੍ਹਾ ਮੋਗਾ ਹੈ ਤੇ ਤਹਿਸੀਲ ਬਾਘਾ ਪੁਰਾਣਾ ਹੈ ਜੀ। ਤੇ ਤੁਹਾਡਾ ਸਾਰਾ ਬਚਪਨ ਤੁਹਾਡਾ ਉੱਥੇ ਉਸੇ ਪਿੰਡ ਵਿੱਚ ਬੀਤਿਆ? ਹਾਂਜੀ, ਉਸ ਪਿੰਡ ਦੇ ਵਿੱਚ ਹੀ। ਜਿਹੜੀ ਮੇਰੀ ਮਿਡਲ ਕਲਾਸ ਮੈਂ ਪਾਸ ਕੀਤੀ ਹੈ ਉਹ ਪਿੰਡ ਦੇ ਸਰਕਾਰੀ ਸਕੂਲ ਚੋਂ ਹੀ ਕੀਤੀ ਹੈ ਤੇ ਜਿਹੜੀ ਮੈਂ ਹਾਇਰ ਸੈਕੰਡਰੀ ਕੀਤੀ ਸੀ ਉਹ ਪਿੰਡ ਮੰਨ ਕੇ। ਹਾਂਜੀ। ਤਾਂ ਜਿਹੜੀ ਮੈਂ ਗ੍ਰੈਜੂਏਸ਼ਨ ਕੀਤੀ 1974 ਦੇ ਵਿੱਚ ਜੀ, ਉਹ ਮੈਂ ਡੀਐਮ ਕਾਲਜ ਮੋਗਾ ਤੋਂ ਕੀਤੀ, ਜਿਹੜਾ ਕਿ ਉਸ ਵੇਲੇ ਪੰਜਾਬ ਯੂਨੀਵਰਸਿਟੀ ਦੇ ਅੰਡਰ ਸੀਗਾ। ਤੇ ਤੁਸੀਂ ਸਾਰੀ ਆਪਣੀ ਪੜ੍ਹਾਈ ਵਗੈਰਾ ਕਰਕੇ ਤੇ ਫਿਰ ਕਿ ਤੁਸੀਂ ਕੋਈ ਜੌਬ ਵਗੈਰਾ ਕੋਈ ਕੰਮ ਵੀ ਕੀਤਾ ਇੰਡੀਆ ਦੇ ਵਿੱਚ? ਹਾਂਜੀ, ਮੈਂ ਜਦੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੈਨੂੰ ਜਿਹੜੀ ਜੌਬ ਹੈ ਉਸ ਵੇਲੇ ਮਾਰਕਫੈਡ ਇੱਕ ਮਹਿਕਮਾ ਸੀ ਪੰਜਾਬ ਸਟੇਟ ਗਵਰਨਮੈਂਟ ਦਾ, ਉਹਦੇ ਵਿੱਚ ਐਜ਼ ਏ ਜਿਹੜਾ ਹੈ ਸਬ ਇੰਸਪੈਕਟਰ ਮੈਨੂੰ ਜੌਬ ਮਿਲ ਗਈ ਸੀ ਇੱਥੇ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ, ਭੁਲੱਥ ਦੇ ਵਿੱਚ। ਇੰਨੀ ਅੱਛੀ ਜੌਬ ਤੇ ਸੀਗੇ ਤੁਸੀਂ, ਸਾਰਾ ਕੁਝ ਠੀਕ ਸੀ, ਫਿਰ ਤੁਸੀਂ ਇਸ ਮੁਲਕ ਆਉਣ ਦਾ ਕਿੱਦਾਂ ਸੋਚਿਆ? ਵੈਲ, ਉਸ ਵੇਲੇ ਜਿਹੜਾ ਹੈ ਨਾ ਬਾਹਰ ਦਾ ਕਰੇਜ਼ ਬਹੁਤ ਜ਼ਿਆਦਾ ਸੀ, ਬਿਲਕੁਲ ਬਹੁਤ ਕਰੇਜ਼ ਸੀਗਾ ਜੀ। ਤੇ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਮੇਰਾ ਜਾਣੀ ਕਿ ਜਿਹੜਾ ਹੈ ਅੰਗੇਜਮੈਂਟ ਹੋ ਗਈ ਸੀ। ਅੱਛਾ ਜੀ। ਸੁਰਿੰਦਰ ਕੌਰ ਨਾਲ, ਜਿਹੜੀ ਕਿ ਤੁਸੀਂ ਵਿਆਹ ਕਰਕੇ ਆਏ? ਹਾਂਜੀ ਜੀ। ਮੈਂ ਐਜ਼ ਏ ਮਰਦ ਮੰਗੇਤਰ ਉਸ ਵੇਲੇ ਕਹਿ ਦਿੰਦੇ ਸਨ। ਵਿਆਹ ਮੇਰਾ ਇੱਥੇ ਆ ਕੇ ਹੋਇਆ ਸੀ। ਅੱਛਾ, ਇੰਗੇਜਮੈਂਟ ਤੁਹਾਡੀ ਉੱਥੇ ਹੋਈ ਤੇ ਵਿਆਹ ਤੁਸੀਂ ਇੱਥੇ? ਹਾਂ, ਜਿਹੜੀ ਮੇਰਾ ਮੰਗਣਾ ਹੋਇਆ ਸੀ ਉਹ ਉੱਥੇ ਹੋਇਆ ਸੀ 1975 ਦੇ ਵਿੱਚ, ਪਰ 1976 ਦੇ ਵਿੱਚ ਜਦੋਂ ਮੈਂ ਇੱਥੇ ਆ ਗਿਆ, ਸ਼ਾਦੀ ਮੇਰੇ ਇੱਥੇ ਵਾਲਸਲ ਦੇ ਵਿੱਚ ਹੀ ਹੋਈ ਸੀ। ਤੇ ਇੱਥੇ ਜਦੋਂ ਤੁਸੀਂ ਪਹੁੰਚੇ ਸੀਗੇ, ਕਿਉਂਕਿ ਜਦੋਂ ਅਸੀਂ ਆਪਣੇ ਘਰ ਹੁੰਦੇ ਆ, ਆਪਣੇ ਮੁਲਕ ਹੁੰਦੇ ਆ, ਅਸੀਂ ਬੜੇ ਸੁਪਨੇ ਦੇਖਦੇ ਆ ਕਿ ਅਸੀਂ ਬਾਹਰ ਜਾਣਾ, ਅਸੀਂ ਬਲੈਤ ਜਾਣਾ, ਉੱਥੇ ਤਾਂ ਬਸ ਇੱਦਾਂ ਮੈਂ ਕੰਮ ਕਰਨਾ, ਉੱਥੇ ਬੜੀਆਂ ਚੀਜ਼ਾਂ ਅਸੀਂ ਆਪਣੇ ਦਿਲੋਂ ਦਿਮਾਗ ਦੇ ਵਿੱਚ ਲੈ ਕੇ ਆਉਂਦੇ ਆ। ਲੇਕਿਨ ਜਦੋਂ ਅਸੀਂ ਇੱਥੇ ਪਹੁੰਚ ਜਾਂਦੇ ਆ, ਮੇਰਾ ਖਿਆਲ ਰਿਐਲਿਟੀ ਕੁਝ ਬਹੁਤ ਹੀ ਹਟ ਕੇ ਤੇ ਅਲੱਗ ਹੁੰਦੀ ਆ। ਤੇ ਜਦੋਂ ਤੁਸੀਂ ਇੰਡੀਆ ਤੋਂ ਇੱਥੇ ਆਏ ਹੈਗੇ ਆ ਤੇ ਤੁਹਾਨੂੰ ਪਹਿਲਾਂ ਤਾਂ ਕਿੱਦਾਂ ਲੱਗਿਆ ਸੀ ਇਸ ਮੁਲਕ 'ਚ ਆ ਕੇ? ਹਾਂਜੀ ਜੋਤੀ ਜੀ, ਤੁਸੀਂ ਬਿਲਕੁਲ ਸਹੀ ਹੋ ਜੀ। ਪਹਿਲਾਂ ਤਾਂ ਮੈਨੂੰ ਠੀਕ ਲੱਗਾ ਜੀ, ਪਰ ਜਦੋਂ ਉਸ ਵੇਲੇ ਫਿਰ ਕੰਮ ਤਾਂ ਸ਼ੁਰੂ ਕਿਤੇ ਨਾ ਕਿਤੇ ਕਰਨਾ ਹੀ ਸੀ। ਬਿਲਕੁਲ। ਤਾਂ ਉਸ ਵੇਲੇ ਜਿਹੜੀਆਂ ਹੈਗੀਆਂ ਜ਼ਿਆਦਾ ਕੰਮ ਵੈਸਟ ਮਿਡਲੈਂਡ ਦੇ ਵਿੱਚ ਆਪਣੇ ਬਲੈਕ ਕੰਟਰੀ ਵੀ ਕਹਿੰਦੇ ਸੀ, ਜ਼ਿਆਦਾ ਫਾਊਂਡਰੀ ਸੀਗੀਆਂ। ਹਾਂਜੀ, ਇੱਥੇ ਸਾਰੇ ਕੰਮ ਕਰਦੇ ਸੀ। ਤਾਂ ਜਦੋਂ ਮੈਂ ਕਿਸੇ ਦੇ ਨਾਲ, ਉਹ ਕਹਿੰਦੇ ਵੀ ਆ ਜਾ, ਕੰਮ ਦੀ ਕਿਹੜੀ ਗੱਲ ਹੈ, ਕੰਮ ਤਾਂ ਤੈਨੂੰ ਦਵਾ ਦਿੰਦੇ ਆ। ਹਾਂ ਹਾਂ। ਜਾਂ ਉਹ ਜਿਹੜਾ ਬੰਦਾ ਮੈਨੂੰ ਰਾਤ ਨੂੰ ਮਿਲ ਕੇ ਗਿਆ ਸੀ, ਤੁਸੀਂ ਬਿਲੀਵ ਕਰਿਓ, ਜਦੋਂ ਮੈਂ ਫਾਊਂਡਰੀ ਜਾ ਕੇ
ਰਿਸੈਪਸ਼ਨ ਤੇ ਗਿਆ ਕਿ ਮੈਂ ਉਸ ਬੰਦੇ ਨੂੰ ਮਿਲਣਾ ਹੈ, ਹਾਂਜੀ ਮੈਂ ਉਹਨੂੰ ਪਛਾਣ ਨਹੀਂ ਸਕਿਆ। ਅੱਛਾ ਜੀ ਉਹਦੇ ਹਾਂਜੀ ਉਹ ਕਿਤੇ ਉੱਥੇ ਮੋਲਡਿੰਗ ਦਾ ਕੰਮ ਕਰਦਾ ਸੀ, ਜੀ। ਉਹਦੇ ਜਾਨੀ ਕਿ ਨਾ ਵੀ ਕੱਪੜਿਆਂ ਦੀ ਉਹਦੇ ਕੱਪੜੇ ਹਾਲਤ ਪਾਏ ਸੀ, ਮੈਂ ਤਾਂ ਸਾਰੀ- ਪਛਾਣ ਨਹੀਂ ਸਕਿਆ। ਜੀ 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 ਉਹਦਾ ਨਾਮ ਰਣਜੀਤ ਸਿੰਘ ਸੀ। ਮਤਲਬ ਤੁਸੀਂ ਜਦੋਂ ਰਾਤ ਨੂੰ ਉਹਨਾਂ ਨੂੰ ਦੇਖਿਆ ਤੁਸੀਂ ਕਿਹਾ ਜੈਂਟਲਮੈਨ ਬੰਦਾ ਬੜਾ ਨਾਈਸ, ਨਾ, ਮੇਰੀ ਉਸ ਵੀ ਵੇਲੇ ਅੱਧੀ ਤਾਂ ਜੌਬ ਉਸ- ਹੋਣੀ ਆ ਹਾਂਜੀ, ਸਾਰੀ ਹਾਂਜੀ। ਮੈਂ ਵੀ ਅੱਛੇ ਹਾਂਜੀ। ਹਾਂ ਤਾਂ ਹਾਂਜੀ ਉਸ ਤੋਂ ਬਾਅਦ ਜਿਹੜਾ ਉੱਥੋਂ ਦਾ ਪਰਸਨਲ ਸੀ ਜੀ ਤਾਂ ਉਹ ਮੈਨੂੰ ਅੰਦਰ ਲੈ ਗਿਆ ਵੀ ਤੇਰੀ ਆਹ ਜੌਬ ਹੈ, ਤੇ ਮੈਂ ਘਰ ਆ ਕੇ ਦੱਸਿਆ ਉਹਦੇ ਹਾਂਜੀ। ਫਾਦਰ ਨੂੰ, ਮੈਂ ਕਿਹਾ ਵੀ ਮੈਂ ਇਹ ਕੰਮ ਨਹੀਂ ਕਰਨਾ। ਹਾਂਜੀ ਅੱਛਾ ਤਾਂ ਉਹ ਦੁਬਾਰਾ ਫਿਰ ਮੈਂ ਵੀਕ 2 ਵੀਕਾਂ ਬਾਅਦ ਜੀ ਤੇ ਉਹਨਾਂ ਨੇ ਕਿਸੇ ਹੋਰ ਨੂੰ ਕਿਹਾ ਤੇ ਉਹ ਮੈਨੂੰ ਵਿਲਨ ਹਾਲ ਦੇ ਵਿੱਚ ਇੱਕ ਜਿਹੜੀ ਐਲੂਮੀਨੀਅਮ ਦੀ ਫਾਊਂਡਰੀ ਸੀ, ਹਾਂਜੀ ਉੱਥੇ ਕੰਮ ਥੋੜੇ ਸੌਖੇ ਸਨ, ਜੀ ਜੀ ਉਹ ਉਹਨਾਂ ਨੇ ਮੈਨੂੰ ਦਿਖਾਇਆ। ਮੈਂ ਕਿਹਾ ਇਹ ਮੈਂ ਕਰ ਲਵਾਂਗਾ, ਹਾਂਜੀ ਪਰ ਮੈਂ ਹਰ ਰੋਜ਼ ਜਾਨੀ ਕਿ ਵੀ ਰਾਤ ਜੀ। ਨੂੰ ਜੀ ਮੇਰੇ ਹਾਲਾਤ ਬਹੁਤ ਖਰਾਬ ਇਨਸਾਈਡ ਜਿਹੜੇ ਹੈ ਯਾ ਬਹੁਤ ਖਰਾਬ ਹੁੰਦੇ ਸੀ, ਵੀ ਮੈਂ ਉਹ ਛੱਡ ਕੇ ਯਾ ਇੱਥੇ ਇੱਥੇ ਆਇਆ। ਆਇਆ। ਜਿੱਦਾਂ ਕਿ ਬਾਬਾ ਜੀ ਨੇ ਹੁਣੇ ਇਹ ਗੱਲ ਸਾਨੂੰ ਸਾਰਿਆਂ ਨੂੰ ਦੱਸੀ ਆ ਕਿ ਸੌਖਾ ਨਹੀਂ ਹੁੰਦਾ ਇਸ ਮੁਲਕ ਦੇ ਵਿੱਚ ਆ ਕੇ ਆਪਣੇ ਆਪ ਨੂੰ ਸੈੱਟ ਕਰਨਾ, ਕੰਮ ਇੱਥੇ ਆ ਕੇ ਕਰਨਾ ਹੀ ਪੈਂਦਾ ਆ। ਜਦੋਂ ਬਾਬਾ ਜੀ ਆਏ ਸੀਗੇ, ਜਿੱਦਾਂ ਕਿ ਇਹਨਾਂ ਨੇ ਹੁਣੇ ਦੱਸਿਆ, ਉਦੋਂ ਫਾਊਂਡਰੀਆਂ ਵਿੱਚ ਕੰਮ ਕਰਨਾ ਪੈਂਦਾ ਸੀ। ਸਾਡੇ ਪੇਰੈਂਟਸ, ਸਾਡੇ ਗ੍ਰੈਂਡ ਪੇਰੈਂਟਸ ਸਾਰੇ ਇਹਨਾਂ ਫਾਊਂਡਰੀਆਂ ਵਿੱਚ ਹੀ ਕੰਮ ਕਰਦੇ ਸੀ, ਤੇ ਬਾਬਾ ਜੀ ਨੂੰ ਇੱਕ ਕਿਸਮ ਦਾ ਝਟਕਾ ਲੱਗਾ ਸੀ ਵੀ ਇਹ ਬਹੁਤ। ਅਸਲੀ ਰੰਗ ਆ ਬਲੈਕ ਦਾ। ਮਤਲਬ ਆਪਾਂ ਜਦੋਂ ਆਂਦੇ ਆਪਾਂ ਕੁਝ ਹੋਰ ਸੋਚਦੇ ਆ, ਹਾਂਜੀ, ਕੁਝ ਹਾਂਜੀ। ਹੋਰ ਸੁਪਨਿਆਂ ਨਾਲ ਜੋ ਆਂਦੇ ਆ। ਦੇਖਦੇ ਆ ਤੁਸੀਂ ਜੀ ਬਿਲਕੁਲ। ਕਈ ਵਾਰੀ ਏਦਾਂ ਵੀ ਹੁੰਦਾ ਬਾਬਾ ਜੀ, ਆਪਣੇ ਪੇਰੈਂਟਸ ਵੀ ਸਾਨੂੰ ਕਹਿੰਦੇ ਆ ਕਿ ਤੁਸੀਂ ਪੜ੍ਹ ਲਿਖ ਜਾਓ, ਜੇ ਬਾਹਰ ਜਾਣਾ ਤੇ ਪੜ੍ਹ ਲਿਖ ਜਾਓ। ਤੁਹਾਨੂੰ ਲੱਗਦਾ ਕਿ ਜਿਹੜੀ ਅਸੀਂ ਸਟੱਡੀ ਉੱਥੋਂ ਕਰਕੇ ਆਂਦੇ ਆ, ਸਾਡੇ ਕੋਲ ਕੁਆਲੀਫਿਕੇਸ਼ਨ ਹੁੰਦੀ, ਉਹ ਸਾਡੇ ਇੱਥੇ ਆ ਕੇ ਫਿਰ ਕੰਮ ਆਂਦੀ ਆ? ਉਹ ਕੰਮ ਆ ਸਕਦੀ ਸੀ, ਜੀ ਪਰ ਉਸ ਵੇਲੇ ਮੈਂ ਅਫੋਰਡ ਨਹੀਂ ਸੀ ਕਰ ਸਕਦਾ, ਜੀ ਕਿਉਂਕਿ ਜੋਤੀ ਜੀ ਉਸ ਵੇਲੇ ਮੈਂ ਜਾਣੀ ਕਿ ਵੀ ਜੇ ਤੁਸੀਂ ਦੁਬਾਰਾ ਉਹ ਹਾਂਜੀ ਕਰਨੀ ਹੈ ਜੀ ਤਾਂ 1 ਸਾਲ ਵਾਸਤੇ ਤੁਹਾਨੂੰ ਫੁੱਲ ਯੂਨੀਵਰਸਿਟੀ ਦੇ ਵਿੱਚ ਜੁਆਇਨ ਕਰਨੀ ਕਰਨਾ ਪੈਣੀ ਸੀ। ਪੈਂਦਾ। ਨਾਲੇ ਫਿਰ ਤੁਸੀਂ ਏਦਾਂ ਵੀ ਸੀ, ਵਿਆਹ ਹੋ ਕੇ ਵੀ ਆਏ, ਵਿਆਹ ਹੋ ਕੇ ਵੀ ਇੱਕ ਆਏ ਜ਼ਿੰਮੇਵਾਰੀ ਸੀ। ਸੀ। ਉਸ ਵੇਲੇ ਮੈਂ ਸਾਰਾ ਕੈਲਕੂਲੇਸ਼ਨ ਕੀਤਾ ਸੀ, ਜੀ ਤੁਹਾਨੂੰ ਘੱਟ ਤੋਂ ਘੱਟ 5000 ਪਾਉਂਡ ਤੁਹਾਨੂੰ ਉਸ ਚਾਹੀਦਾ ਵੇਲੇ, ਸੀ ਜੀ। ਉਹ ਐਜੂਕੇਸ਼ਨ ਨੂੰ ਬਿਕਾਜ਼ ਲੈਣ ਵਾਸਤੇ, ਤੇ ਉਸ ਵੇਲੇ 5000 ਪਾਉਂਡ ਦਾ ਤਾਂ ਘਰ ਆ ਜਾਂਦਾ ਸੀ। ਬਿਲਕੁਲ ਉਸ ਜ਼ਮਾਨੇ 'ਚ ਤਾਂ ਇਹ ਚੀਜ਼ਾਂ ਬੜੀ ਪਰ ਮੈਂ ਮੁਸ਼ਕਲ ਸੀ। ਸਟਿਲ ਲੱਕੀ ਸੀ ਕਿ ਮੇਰੇ ਸਾਡੇ ਪਿੰਡ ਤੋਂ ਹੀ ਹਾਂਜੀ ਮੇਰੇ ਅੰਕਲ ਸਰਦਾਰ ਕਰਨੈਲ ਸਿੰਘ ਜੀ ਤੇ ਮੇਰੀ ਆਂਟੀ ਨਿਹਾਲ ਕੌਰ ਜੀ, Yeah, ਉਹ ਰੋਚੜੇ ਰਹਿੰਦੇ ਹੁੰਦੇ ਸਨ, ਅੱਛਾ ਜੀ। ਤੇ ਮੈਂ ਉਹਨਾਂ ਨੂੰ ਮਿਲਣ ਲੱਗਿਆ, ਦੱਸਿਆ ਵੀ ਮੇਰਾ ਉੱਥੇ ਦਾ ਕੰਮ ਕਰਨ ਨੂੰ ਜੀ ਨਹੀਂ ਹਾਂ ਕਰਦਾ। ਵੀ ਫਾਊਂਡਰੀ 'ਚ ਮੈਂ ਕਰਨਾ ਨਹੀਂ ਚਾਹੁੰਦਾ ਹਾਂ, ਹੈਗਾ। ਉਹ ਕਹਿੰਦੇ ਵੀ ਜੀ, ਇੱਥੇ ਟੈਕਸਟਾਈਲ ਮਿਲਸ ਹੈਗੀਆਂ, ਹਾਂਜੀ ਵੀ ਤੁਸੀਂ ਇੱਥੇ ਰਹਿ ਹਫਤਾ ਵੀ ਹਾਂ। ਕਿਤੇ ਨਾ ਕਿਤੇ ਤੈਨੂੰ ਸੌਖਾ ਕੰਮ ਲੱਭ ਦਿਆਂਗੇ। ਜੀ ਜੀ ਕੁਦਰਤੀ ਤੌਰ ਤੇ ਉੱਥੇ ਮੈਂ ਤੁਰੇ ਫਿਰਦੇ ਦੇਖ ਲਿਆ, ਤੇ ਜੀ। ਇੱਕ ਮੈਲਨ ਸਟਰੀਟ ਦੇ ਵਿੱਚ ਉੱਥੇ ਬੱਸਾਂ ਦਾ ਡੈਪੂ ਸੀ, ਅੱਛਾ ਜੀ। ਉਹਨਾਂ ਨੇ ਬਾਹਰ ਵੈਕੈਂਸੀਜ਼ ਲਿਖ ਅੱਛਾ, ਕੇ ਲਾਇਆ ਸੀ, ਉਦੋਂ ਬਾਹਰ ਲਿਖ ਕੇ ਲਾ ਦਿੰਦੇ ਲਿਖ ਸੀਗੇ। ਕੇ ਲਾਇਆ ਸੀ ਵੀ ਅੱਜ ਕੱਲ੍ਹ ਸਾਨੂੰ ਤਾਂ ਆਨਲਾਈਨ ਬੱਸ ਕੰਡਕਟਰ, ਹਾਂਜੀ ਜੀ ਵੀ ਜੀ ਬੱਸ ਕੰਡਕਟਰ ਤੇ ਸਾਨੂੰ ਜ਼ਰੂਰਤ ਬੱਸ ਡਰਾਈਵਰ ਹੈਗੀ ਆ। ਚਾਹੀਦੇ ਹਨ। ਜੀ ਤੇ ਮੈਂ ਅੰਦਰ ਜਾਂਦਾ ਰਿਹਾ, ਜੀ ਕਿਉਂਕਿ ਇੰਗਲਿਸ਼ Yeah, ਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਨਾ ਹਾਂਜੀ, ਲਿਖਣ ਦੀ, ਜੀ ਤੇ ਬੋਲ ਥੋੜੀ ਬਹੁਤੀ ਮੈਂ ਸਕਦਾ ਸੀ ਯੈਸ ਹਾਂਜੀ ਉਸ ਵੇਲੇ, ਜਾਣੀ ਕਿ ਜੀ ਬਿਲਕੁਲ ਤਾਂ ਉਹ ਪਰਸਨ ਨੂੰ ਮੈਂ ਦੱਸਿਆ ਕਿ ਜੀ। ਆਈ ਵਾਂਟ ਅ ਜੌਬ, ਹਾਂ ਤਾਂ ਉਹਨਾਂ ਨੇ ਮੈਨੂੰ ਇੱਕ ਫਾਰਮ ਦਿੱਤਾ। ਹਾਂਜੀ ਉਹ ਥੋੜਾ ਕਿਉਂਕਿ ਬੱਸ ਕੰਡਕਟਰ ਦੀ ਜੌਬ ਪਹਿਲਾਂ ਉਹਨਾਂ ਨੇ ਜੀ। ਆਫਰ ਕੀਤੀ ਸੀ, ਹਾਂਜੀ ਉਹਦੇ ਵਿੱਚ ਜਿੰਨਾ ਵੀ ਸੀ ਵੀ ਜੇ ਤੁਸੀਂ ਇੰਨੇ ਭਰ ਕੇ ਪੈਸੇਂਜਰ ਦੇਣਾ ਚੜ੍ਹਨ ਸਾਰਾ ਤਾਂ ਕੁਝ। ਹਾਂ ਕਿੰਨਾ ਇੰਨਾ ਕਿਰਾਇਆ ਹੋਵੇ, ਕਿੰਨੇ ਪੈਸੇ, ਟੈਸਟ ਕਹਿ ਲਓ, ਤੁਹਾਨੂੰ ਟੈਸਟ ਟੈਸਟ ਕਹਿ ਦੇਣਾ ਲਓ। ਪਿਆ। ਹਾਂਜੀ ਉਹ ਮੈਂ ਭਰ ਕੇ ਉਹਨਾਂ ਨੂੰ ਫੜਾਤਾ। ਜੀ ਉਹਨਾਂ ਨੇ ਵਿਦਨ ਹਾਫ ਐਨ ਆਵਰ ਹਾਂਜੀ। ਮੈਨੂੰ ਉਹ ਜੌਬ ਆਫਰ ਕਰ ਦਿੱਤੀ। ਅੱਛਾ, ਤੇ ਤੁਸੀਂ ਫਾਊਂਡਰੀ ਦਾ ਕੰਮ ਛੱਡ ਕੇ ਫਿਰ ਸ਼ਾਮ ਤੁਸੀਂ ਕੱਢ ਕੇ ਫਿਰ ਐਜ਼ ਅ ਬੱਸ ਡਰਾਈਵਰ ਤੁਸੀਂ 3 ਮਹੀਨੇ ਅੱਛਾ ਜੀ। ਤੇ ਤੇ ਬੱਸ ਡਰਾਈਵਰ ਦੀ ਜੌਬ ਤੁਸੀਂ ਕਿੰਨਾ ਚਿਰ ਕੀਤੀ ਆ? ਉਹ ਤਕਰੀਬਨ 11 ਸਾਲ। ਅੱਛਾ 11 ਸਾਲ ਤੁਸੀਂ ਉਹ ਕੀਤੀ, ਹਾਂਜੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਬੱਸ ਡਰਾਈਵਰ ਜੌਬ ਛੱਡ ਕੇ ਫਿਰ ਤੁਸੀਂ ਕੋਈ ਨਵੀਂ ਲਾਈਨ ਹਾਂ, ਕਿਉਂਕਿ ਜਦੋਂ ਮੈਂ ਬੱਸ ਡਰਾਈਵਰ ਸੀ ਨਾ, ਹਾਂਜੀ ਤੇ ਉਹਦੇ ਨਾਲ ਨਾਲ ਮੈਂ ਜਾਣੀ ਕਿ ਵੀ 84 ਦੇ ਵਿੱਚ ਹਾਂਜੀ ਇੱਕ ਦੁਕਾਨ ਕਿਸੇ ਨਾਲ ਹਿੱਸੇਦਾਰੀ ਪਾ ਕੇ ਜੀ ਦੁਕਾਨ ਖਰੀਦ ਲਈ ਸੀ, ਅੱਛਾ। ਇੱਕ- ਮਤਲਬ ਫਿਰ ਤੁਸੀਂ ਤੇ ਕਹਿੰਦੇ ਮੈਂ business- ਕੈਰੀ ਆਨ ਕੀਤਾ ਐਜ਼ ਅ ਬੱਸ ਡਰਾਈਵਰ। ਜੀ ਤੇ 85 ਦੇ ਵਿੱਚ ਮੇਰੇ ਵੱਡਾ ਬੇਟਾ ਇਹ ਵਿਦਾਇਸ਼ ਹੋਇਆ ਅਮਨਦੀਪ ਸਿੰਘ, ਜੀ ਤੇ ਫਿਰ 87 ਦੇ ਵਿੱਚ ਜਗਦੀਪ। ਜੀ ਜੀ ਤਾਂ ਉਸ ਤੋਂ ਬਾਅਦ ਫਿਰ ਮੈਂ ਉੱਥੋਂ ਮੂਵ ਹੋ ਗਿਆ, ਕਿਉਂਕਿ ਉੱਥੇ ਆਪਣੀਆਂ ਜਿਹੜੀਆਂ ਸਿੰਘਾਂ ਦੀਆਂ ਫੈਮਲੀਆਂ ਸੀ ਹਾਂਜੀ। ਉਹ ਸਿਰਫ 3-4 ਸੀ। ਮਤਲਬ ਉਸ ਟਾਈਮ ਤੇ ਨੇ ਸਾਡੇ ਪੰਜਾਬੀ ਪੰਜਾਬੀ ਵੀਰ ਬਹੁਤ ਭੈਣ ਹੈ ਘੱਟ ਨਹੀਂ ਸੀ, ਸੀਗੇ। ਮੁਸਲਮਾਨ ਵੀ ਬਹੁਤ ਜੀ, ਸੀ, ਤੇ ਅਸੀਂ ਜਿੰਨੀਆਂ ਵੀ ਫੈਮਲੀਆਂ ਸੀ, ਅਸੀਂ ਗੁਰਦੁਆਰੇ ਜਦੋਂ ਵੀ ਜਾਂਦੇ ਸੀ, ਹਾਂਜੀ। ਉਹ 18 ਮੀਲ ਸਾਨੂੰ ਪੈਂਦਾ ਸੀ ਹਰਡਸਫੀਲਡ। ਅੱਛਾ ਜੀ। ਅਸੀਂ ਫਿਰ ਜਾਂਦੇ ਜ਼ਰੂਰ ਸੀ ਸਾਰੀਆਂ ਜੀ, ਫੈਮਲੀਆਂ ਜੀ। ਇਕੱਠੇ ਹੋ ਕੇ ਗੁਰਦੁਆਰੇ ਦੇ ਵਿੱਚ, ਜੀ
ਪਰ ਉਹ ਹਡਸਫੀਲ ਸਾਨੂੰ ਜਾਣਾ ਪੈਂਦਾ ਸੀ। ਹਾਂ ਇਸ ਕਰਕੇ ਮੈਂ ਸੋਚ ਲਿਆ ਹਾਂਜੀ ਕਿ ਮੈਂ ਇਹ ਜਿਹੜਾ ਹੈਗਾ ਜੀ ਇੱਥੋਂ ਚੇਂਜ ਕਰਕੇ ਵਾਪਸ ਵੋਲਸਨ ਆਉਣਾ ਹੈ। ਹਾਂਜੀ ਮਤਲਬ ਤੁਹਾਨੂੰ ਉੱਥੇ ਏਦਾਂ ਲੱਗਦਾ ਸੀ ਵੀ ਸਾਰਾ ਕੁਝ ਇੱਕ ਤਾਂ ਦੂਰ ਆ, ਤੁਸੀਂ ਗੁਰੂ ਘਰ ਵੀ ਨਹੀਂ ਜਾ ਗੁਰੂ ਸਕਦੇ, ਘਰ ਵੀ ਨਹੀਂ ਜਾ ਸਕਦੇ। ਮਤਲਬ ਜਿਹੜਾ ਹਾਂਜੀ। ਸਾਡਾ ਮੇਨ ਕਿਉਂਕਿ ਬੱਚੇ ਆ ਮੁੜ ਕੇ ਜੀ ਵੀ ਸਾਡਾ ਉਹ ਕਲਚਰ ਵੀ ਨਹੀਂ ਜਿੱਥੇ ਉਹ ਪੈਦਾ ਹੋਣਗੇ, ਕਿਉਂਕਿ ਬਿਕਾਜ਼ ਆਪਾਂ ਸੋ ਯੂਜ਼ਡ ਟੂ ਹੁੰਦੇ ਸਾਰੇ ਜਾਣੇ ਪਈ, ਜਿੱਦਾਂ ਵੀਕਐਂਡ ਆਂਦਾ ਆ ਆਪਾਂ ਬੱਚਿਆਂ ਨੂੰ ਵੀ ਦੱਸਦੇ ਆ ਆਪਾਂ ਵੀ ਆਪਾਂ ਗੁਰੂ ਘਰ ਜਾਣਾ, ਹਾਂਜੀ, ਮੱਥਾ ਹਾਂਜੀ। ਟੇਕਣ ਜਾਣਾ, ਇੱਕ ਸਾਡੀ ਰੂਟੀਨ ਬਣੀ ਹੁੰਦੀ ਆ ਹਾਂਜੀ। ਤੇ ਉਹਦੇ ਲਈ ਤੁਹਾਨੂੰ ਮੁਸ਼ਕਲਾਂ ਦਾ ਮੁਸ਼ਕਲਾਂ ਦਾ ਸਾਹਮਣਾ ਸਾਹਮਣਾ ਕਰਨਾ ਪਿਆ। ਪੈਂਦਾ ਫਿਰ ਉਹ ਦੁਕਾਨ ਦੇ ਵਿੱਚੋਂ ਮੈਂ ਆਪਦਾ ਹਿੱਸਾ ਲੈ ਕੇ ਜੀ ਤੇ ਫਿਰ ਇੱਥੇ ਉਸ ਵੇਲੇ ਜਿਹੜੀ ਸਮਾਲ ਹੀਥ ਹੈ ਜੀ ਬਰਮਿੰਘਮ ਦੇ ਵਿੱਚ ਗ੍ਰੀਨ ਹਾਂਜੀ। ਲੇਨ ਤੇ ਉਹ 2 ਦੁਕਾਨਾਂ ਲੈ ਲਈਆਂ ਸੀ, ਇੱਕ ਨਾਲ ਪੇਪਰ ਸ਼ਾਪ ਸੀ, ਇੱਕ ਜੀ। ਨਾਲ ਆਫ ਲਾਇਸੈਂਸ ਜੀ ਤੇ ਕਿੰਨਾ ਕੁ ਚਿਰ ਤੁਸੀਂ ਜਿਹੜੀਆਂ ਸ਼ਾਪਸ ਚਲਾਈਆਂ ਹੈਗੀਆਂ ਆ? ਹਾਂਜੀ, ਉਹ ਤਕਰੀਬਨ ਫਿਰ 10 ਕੁ ਸਾਲ ਅੱਛਾ। ਚਲਾਈਆਂ। ਤੇ ਉਸ ਤੋਂ ਬਾਅਦ ਫਿਰ ਤੁਸੀਂ ਕੁਝ ਹੋਰ? ਉਹ ਫਿਰ ਉਸ ਤੋਂ ਬਾਅਦ ਨਾ ਮੈਂ ਜਾਣੀ ਕਿ ਵੀ ਇੰਡੀਆ ਚਲਾ ਗਿਆ ਸੀਗਾ ਹਾਂਜੀ ਤਕਰੀਬਨ ਸਾਲ ਵਾਸਤੇ, ਅੱਛਾ ਜੀ ਓਕੇ 1 ਸਾਲ ਵਾਸਤੇ। ਜੀ ਤੇ ਜੀ ਜਦੋਂ ਮੈਂ ਵਾਪਸ ਆਇਆ ਹਾਂਜੀ ਤੇ ਫਿਰ ਮੈਂ 1 ਸਾਲ ਫਿਰ ਮੈਂ ਐਜ਼ ਅ ਬੱਸ ਡਰਾਈਵਰ ਕੰਮ ਕੀਤਾ ਹਾਂਜੀ ਤੇ ਉਸ ਤੋਂ ਬਾਅਦ ਥੋੜਾ ਚਿਰ ਕੱਪੜੇ ਦੇ ਕੰਮ ਦੇ ਵਿੱਚ, ਮਾਰਕੀਟ ਦੇ ਵਿੱਚ, ਜੀ ਤੇ ਉਸ ਤੋਂ ਬਾਅਦ ਫਿਰ ਮੈਂ ਛੇਤੀ ਹਾਂਜੀ ਜਿਹੜੀ ਇਹ ਹੈਕਨੀ ਕੈਰੇਜ ਜੀ ਇਹਦਾ ਲਾਇਸੈਂਸ ਲੈ ਦੇਖਿਆ ਲਿਆ। ਜਾਵੇ ਕਾਫੀ ਤੁਸੀਂ ਐਕਸਪੀਰੀਅੰਸ ਆਪਣੇ ਕਰ ਚੁੱਕੇ ਆ, ਕਾਫੀ ਹਾਰਡ ਲਾਈਫ ਰਹੀ ਆ ਤੁਹਾਡੀ। ਈਵਨ ਮੈਨੂੰ ਕਈ ਕਦੀ ਕੁਛ ਮੇਰੇ ਦੋਸਤ ਕਈ ਕਹਿ ਦਿੰਦੇ ਸੀ ਜੀ। ਵੀ ਵਿਕਰ ਤੂੰ ਕੋਈ ਕੰਮ ਛੱਡੇਂਗਾ ਵੀ? ਹਾਂ ਮਤਲਬ ਹਰ ਚੀਜ਼ ਮੈਂ ਤੁਸੀਂ ਹਾਂਜੀ ਕੀਤੀ ਆ, ਪਰ ਭਮਾ ਹਰ ਚੀਜ਼ ਤੁਸੀਂ ਕੀਤੀ ਆ। ਇੱਕ ਗੱਲ ਮੈਂ ਜ਼ਰੂਰ ਇਹ ਕਹਿਣਾ ਚਾਹੁੰਦੀ ਹਾਂ, ਜਿਹੜੇ ਲਈ ਮੈਂ ਵੀ ਪ੍ਰਾਊਡ ਫੀਲ ਕਰਦੀ ਹਾਂ ਕਿ ਬਾਬਾ ਜੀ ਨੇ ਕਦੀ ਹਿੰਮਤ ਨਹੀਂ ਤੁਸੀਂ ਛੱਡੀ। ਤੁਸੀਂ ਬਿਲਕੁਲ। ਮਤਲਬ ਕੁਛ ਨਾ ਕੁਛ ਆਪਣੀ ਫੈਮਿਲੀ ਵਾਸਤੇ, ਆਪਣੇ ਲਈ, ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਣ ਲਈ ਤੁਸੀਂ ਕੁਛ ਨਾ ਕੁਛ ਕਰਦੇ ਹੀ ਰਹੇ ਆ, ਹਾਂਜੀ ਮਤਲਬ ਕਦੀ ਰੁਕੇ ਨਹੀਂ ਹੈਗੇ। ਬਿਲਕੁਲ ਨਹੀਂ। ਜਿੱਥੇ ਤੱਕ ਹੁਣ ਮੈਨੂੰ ਪਤਾ ਆ ਤੁਹਾਡਾ ਹੁਣ ਇਸ ਵੇਲੇ ਦਾ, ਤੁਸੀਂ ਹੁਣ ਟੈਕਸੀ ਡਰਾਈਵਰ ਵੀ ਹੋ ਤੇ ਤੁਸੀਂ ਹੁਣ ਟੈਕਸੀ ਚਲਾਉਂਦੇ ਹੋ, ਹੱਲੇ ਵੀ ਟੈਕਸੀ ਚਲਾਉਂਦੇ ਹੋ? ਹਾਂ, ਹੁਣ ਪਿਛਲੇ 6 ਮਹੀਨੇ ਤੋਂ ਨਹੀਂ, ਜੀ ਕਿਉਂਕਿ ਆਹ ਹਾਲਾਤ ਚਲੋ ਨਹੀਂ ਹਾਲਾਤ ਹੈਗੇ। ਹਾਂਜੀ ਹਾਂਜੀ ਪਰ ਜਦੋਂ ਵੀ ਹੋਏ ਹਾਂਜੀ ਦੁਬਾਰਾ ਜੀ ਤੇ ਜ਼ਰੂਰ ਜੀ। ਚਲਾਵਾਂਗੇ। ਤੇ ਤੁਸੀਂ ਜਦੋਂ ਹੁਣ ਟੈਕਸੀ ਐਜ਼ ਅ ਟੈਕਸੀ ਡਰਾਈਵਰ, ਆਪਾਂ ਕਈ ਵਾਰ ਦੇਖਦੇ ਤੁਹਾਡੀ ਜਿੱਦਾਂ 24/7 ਹੀ ਕਹ ਲੋ ਜੌਬ ਹੁੰਦੀ ਆ, ਤੁਸੀਂ ਬੜੇ ਅਲੱਗ-ਅਲੱਗ ਤੁਹਾਨੂੰ ਪੈਸੇਂਜਰਸ ਮਿਲਦੇ ਹੈਗੇ ਆ, ਬੜੇ ਕੋਈ ਆਂਦਾ ਕੋਈ ਜਾਂਦਾ ਆ। ਇਹ ਜਰਨੀ ਤੁਹਾਡੀ ਕਿੱਦਾਂ ਦੀ ਰਹੀ? ਕਦੀ ਕੋਈ ਇਦਾਂ ਦਾ ਇਨਸੀਡੈਂਟ ਹੋਇਆ ਵੀ ਤੁਸੀਂ ਘਬਰਾਏ ਆ ਆਪਣੀ ਇਹ ਜੌਬ ਹੁਣ ਮੇਰੇ ਲਈ ਸੇਫ ਨਹੀਂ ਹੈਗੀ? ਦੇਖੋ ਜੋਤੀ ਜੀ, ਕੋਈ ਵੀ ਜੌਬ ਹੈ, ਜੀ ਇਹ ਟੈਕਸ ਜਿਹੜੀ ਕਿਸੇ ਪੈਸੇਂਜਰ ਨਾਲ ਲੜਾਈ ਹੋਣੀ, ਝਗੜਾ ਹੋਣਾ, ਜੀ ਇਜ਼ ਅ ਪਾਰਟ ਆਫ ਦੀ ਜੌਬ। ਜੀ ਪਰ ਸਾਡੇ 2 ਤਰ੍ਹਾਂ ਦੇ ਹਾਲਾਤ ਹੁੰਦੇ ਹਨ ਆਦਮੀ ਦੇ, ਹਾਂਜੀ। ਇੱਕ ਬਾਹਰੀ ਹਾਲਾਤ ਜੀ ਤੇ ਇੱਕ ਅੰਦਰਲੇ ਹਾਲਾਤ। ਜੀ ਬਾਹਰੀ ਹਾਲਾਤ ਯਾਨੀ ਕਿ ਜੋ ਵੀ ਕੁਛ ਹੈ, ਜੀ ਕਿਉਂਕਿ ਅਸੀਂ 5 ਤੱਤਾਂ ਦੇ ਹੀ ਸਾਰੇ ਬਣੇ ਹੋਏ ਹਾਂਜੀ ਆ, ਬਿਲਕੁਲ ਉਹ ਸਾਰਿਆਂ ਦੇ ਸਾਂਝੇ ਜੇ ਹੁੰਦੇ, ਸੇਮ ਹੀ ਹੁੰਦੇ ਆ। ਜੀ ਪਰ ਜਿਹੜੇ ਤੁਹਾਡੇ ਅੰਦਰਲੇ ਹਾਲਾਤ ਆ, ਜੇ ਤੁਸੀਂ ਅੰਦਰੋਂ ਕਰਨੇ ਆ ਜੀ ਤਾਂ ਉਹ ਹਾਲਾਤਾਂ ਤੇ ਤੁਸੀਂ ਕਾਬੂ ਪਾ ਕਰ ਸਕਦੇ ਹੋ। ਆ ਯੈਸ। ਤੇ ਜੇ ਤੁਸੀਂ ਅੰਦਰੋਂ ਤੁਹਾਡੇ ਹਾਲਾਤ, ਤੁਸੀਂ ਪਹਿਲਾਂ ਹੀ ਪਤਲੇ ਹੋ, ਕਮਜ਼ੋਰ ਪਹਿਲਾਂ ਹੀ ਹੈਗੇ ਆ, ਕਮਜ਼ੋਰ ਹੋ, ਹਾਂਜੀ ਤਾਂ ਨਹੀਂ ਕਰ ਉਹ ਤੋਂ ਜਿਹੜੀ ਪ੍ਰੋਬਲਮ ਆ ਉਹ ਜੀ, ਵੱਡੀ ਜੀ। ਬਣ ਕੇ ਆ ਜਾਂਦੀ ਹੈ। ਬਿਲਕੁਲ ਬਹੁਤ ਤੇ ਵਧੀਆ ਹਾਂ, ਟੈਕਸੀ ਇੱਕ ਐਸਾ ਹੈ ਕਿ ਤੁਹਾਨੂੰ ਅੰਦਰੋਂ ਸਟਰੋਂਗ ਹੋਣਾ ਪੈਂਦਾ ਹੈ। ਆ। ਮਤਲਬ ਕੋਈ ਵੀ ਕੰਮ ਹੈਗਾ ਸਾਨੂੰ ਮੇਰੇ ਖਿਆਲ ਅੰਦਰੋਂ ਪਹਿਲਾਂ ਹਾਂ, ਸਟਰੋਂਗ ਆਪਣੇ ਆਪ ਨੂੰ ਰੈਡੀ ਕਰਨਾ ਪੈਂਦਾ ਰੈਡੀ ਆ। ਕਰਨਾ ਪੈਂਦਾ ਹੈ। ਬਹੁਤ ਹੀ ਵਧੀਆ ਬਾਬਾ ਜੀ ਨੇ ਵੀ ਇਹ ਵੀ ਇੱਕ ਗੱਲ ਸਾਨੂੰ ਦੱਸੀ ਹੈਗੀ ਆ, ਸਿੱਖਣ ਨੂੰ ਅੱਜ ਮਿਲੀ ਹੈਗੀ ਆ। ਜਿਹੜਾ ਵੀ ਮਰਜ਼ੀ ਕੋਈ ਕੰਮ ਕਰੋ, ਕੰਮ ਪਹਿਲਾਂ ਤਾਂ ਕੋਈ ਛੋਟਾ ਜਾਂ ਵੱਡਾ ਨਹੀਂ ਹੁੰਦਾ, ਜਿੰਨਾ ਚਿਰ ਤੁਸੀਂ ਅੰਦਰੂਨੀ ਅੰਦਰ ਤੋਂ ਤੁਸੀਂ ਉਸ ਚੀਜ਼ ਲਈ ਤਿਆਰ ਨਹੀਂ ਹੈਗੇ, ਕੋਈ ਵੀ ਜੌਬ ਕਰਨ ਲਈ, ਚਾਹੇ ਕੋਈ ਛੋਟੀ ਜੌਬ ਆ, ਵੱਡੀ ਜੌਬ ਆ, ਜਿੰਨਾ ਚਿਰ ਅਸੀਂ ਅੰਦਰ ਤੋਂ ਰੈਡੀ ਨਹੀਂ ਹੈਗੇ, ਮੈਂਟਲੀ ਅਸੀਂ ਪ੍ਰਿਪੇਅਰ ਨਹੀਂ ਹੈਗੇ, ਮੇਰੇ ਖਿਆਲ ਅਸੀਂ ਕੋਈ ਵੀ ਕੰਮ ਕਰਨ ਵੀ ਨਹੀਂ ਸਕਦੇ ਤੇ ਕਿਸੇ ਕੰਮ ਨੂੰ ਮੇਰੇ ਖਿਆਲ ਇੰਜੋਏ ਵੀ ਨਹੀਂ ਅਸੀਂ ਕਰ Enjoy ਵੀ ਸਕਦੇ। ਨਹੀਂ ਕਰ ਸਕਦੇ, ਹਾਂਜੀ। ਕਿਉਂਕਿ ਕੋਈ ਵੀ ਕੰਮ ਕਰੋ ਮਤਲਬ ਦਿਲ ਨਾਲ ਕਰੋ ਤਾਂ ਕਿ ਅਸੀਂ ਇੰਜੋਏ ਵੀ ਕਰਦੇ ਹਾਂ। ਬਾਬਾ ਜੀ ਹੁਣ ਮੈਂ ਤੁਹਾਡੀ ਇਸ ਇੱਕ ਹੋਰ ਜਰਨੀ ਬਾਰੇ ਗੱਲ ਕਰਨਾ ਚਾਹੁੰਦੀ ਹਾਂ, ਜਿਹਦੇ ਬਾਰੇ ਤੁਹਾਨੂੰ ਲੋਕ ਦੂਰ ਦੂਰ ਤੱਕ ਸੁਣਦੇ ਆ, ਹਾਂਜੀ। ਤੁਸੀਂ ਤੁਹਾਨੂੰ ਰੇਡੀਓ ਤੇ ਸਾਨੂੰ ਸਾਡਾ ਸਾਰੇ ਜਾਣੇ ਤੁਹਾਨੂੰ ਪਹਿਚਾਨਦੇ ਆ। ਗੁਰਬਾਣੀ ਦੇ ਨਾਲ ਤੁਸੀਂ ਕਿਸ ਤਰ੍ਹਾਂ ਜੁੜੇ ਹੈਗੇ ਆ? ਹਾਂਜੀ ਜੋਤੀ ਜੀ, ਇਹ ਕੋਈ 2000 ਦੀ ਗੱਲ ਹੈ। ਜੀ ਆਪਣੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਜਿਹੜਾ ਹੈ ਸ਼ਬਦ ਹੈ, ਜੀ ਵਚਨ ਹੈ ਕਿ ਅਬ ਹਮ ਚੱਲੀ ਠਾਕਰ ਪੈ ਹਾਰ। ਉਹਨਾਂ ਦਾ ਭਾਵ ਇਹ ਆ, ਉਹਨਾਂ ਨੇ ਆਪਣੇ ਆਪ ਨੂੰ ਸੰਬੋਧਨ ਕੀਤਾ ਹੈ ਜੀ ਕਿ ਜਦੋਂ ਤੁਹਾਡੇ ਹਾਲਾਤ ਜਿਹੜੇ ਹੈ ਤੁਹਾਡੇ ਕਾਬੂ 'ਚ ਨਾ ਰਹਿਣ, ਹਾਂਜੀ ਤੁਹਾਡੇ ਹੱਥ ਖੜੇ ਹੋ ਜਾਣ, ਜੀ ਫਿਰ ਤੁਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਓ। ਹਾਂਜੀ ਪਰ ਜਦੋਂ ਤੁਸੀਂ ਇੱਕ ਵਾਰੀ ਗੁਰੂ ਦੀ ਸ਼ਰਨ ਦੇ ਵਿੱਚ ਆ ਗਏ ਆ ਜੀ
ਤਾਂ ਪੂਰਾ ਆਪਣੇ ਆਪ ਨੂੰ ਸਰੈਂਡਰ ਕਰੋ। ਜੀ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਜੀ। ਹੋਵੋਗੇ। 2005 ਦੇ ਵਿੱਚ ਜੀ। ਕੁਝ ਮੇਰੇ ਇਹੋ ਜਿਹੇ ਹਾਲਾਤ ਬਣ ਗਏ ਸੀ ਜੀ ਕਿ ਮੈਂ ਉਹ ਗੁਰੂ ਦੇ ਬਚਨ ਨੂੰ ਨਿਭਾਇਆ। ਜੀ ਉਹਨਾਂ ਤੋਂ ਗੁਰੂ ਦਾ ਬਚਨ ਲਿਆ, ਸੁਣਿਆ ਜੀ ਤੇ ਉਹ ਆਪਣੇ ਆਪ ਨਾਲ ਨਿਭਾਇਆ ਵੀ। ਜੀ ਤੇ ਜੇ ਤੁਹਾਨੂੰ ਇਤਰਾਜ਼ ਨਹੀਂ ਹੈ ਕਿ ਮੈਂ ਜਾਣ ਸਕਦੀ ਕਿ ਇਹੋ ਜਿਹੀ ਕਿਹੜੀ ਵਜ੍ਹਾ ਹੋਈ ਸੀ ਜਿਹਦੇ ਕਰਕੇ ਤੁਸੀਂ ਗੁਰਬਾਣੀ ਦੇ ਨਾਲ ਜੁੜੇ ਹੈਗੇ ਆ, ਆਪਣੇ ਗੁਰੂ ਘਰ ਦੇ ਨਾਲ ਜੁੜੇ ਹੈਗੇ ਆ? ਹਾਂਜੀ ਜੋਤੀ ਜੀ, ਇੱਕ ਇਹ ਮੇਰੇ ਨਾ ਕੋਈ ਜੀਨਸ ਦੇ ਵਿੱਚ ਸੀ ਜਿਹੜੀ ਗੁਰਬਾਣੀ, ਕਿਉਂਕਿ ਮੇਰੇ ਦਾਦਾ ਜੀ ਹਾਂਜੀ ਉਹ ਵੀ ਇੱਕ ਭਗਤ ਬੰਦੇ ਸਨ ਜੀ। ਤੇ ਮੇਰੇ ਨਾਨਾ ਜੀ ਵੀ, ਅੱਛਾ ਜੀ ਉਹ ਵੀ ਬਹੁਤ ਭਗਤ ਬੰਦੇ ਸਨ। ਮੇਰੇ ਪਿਤਾ ਜੀ ਵੀ ਜੀ ਜਾਣੀ ਕਿ ਵੀ ਉਹ ਕਿਰਤ ਕਰਦੇ ਸਨ। ਹਾਂਜੀ ਇਸ ਕਰਕੇ ਤੇ ਇੱਕ ਮੈਂ ਸਿੱਖਾਂ ਦੇ ਘਰ ਹੀ ਜਨਮ ਲਿਆ ਜੀ ਬਿਲਕੁਲ ਤੇ ਉਹ ਮੇਰੇ ਜੀਨਸ ਦੇ ਵਿੱਚ ਹੀ ਵਿੱਚ ਸੀ। ਸੀ। ਪਰ ਮੇਰੇ ਤੇ ਗੁਰੂ ਨੇ ਇੰਨੀ ਕਿਰਪਾ ਕੀਤੀ ਕਿ ਜਦੋਂ ਮੈਂ ਗੁਰੂ ਦੇ ਰਾਹ ਤੇ ਚੱਲਿਆ ਹਾਂਜੀ ਤਾਂ ਮੈਂ ਉਹ 100% Yeah. ਆਪਣੇ ਆਪ ਨੂੰ ਦਿੱਤਾ। ਸਰੈਂਡਰ ਕੀਤਾ। ਸਰੈਂਡਰ ਕੀਤਾ। ਤੇ ਬਾਬਾ ਜੀ, ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਤੁਹਾਡਾ ਨਾਮ ਜਿਹੜਾ ਬਾਬਾ ਵਿਕਰਮਜੀਤ ਸਿੰਘ, ਇਹ ਕਿੱਦਾਂ ਪਿਆ? ਹਾਂਜੀ ਜੋਤੀ ਜੀ, ਜਿਹੜਾ ਹੈ ਮੈਂ ਇੱਕ ਵਾਰੀ ਰੇਡੀਓ ਸੁਣ ਰਿਹਾ ਸੀ ਜੀ ਤੇ ਉਸ ਦਿਨ ਕੁਦਰਤੀ ਸ਼ਿਵ ਕੁਮਾਰ ਬਟਾਲਵੀ ਦਾ ਸੀ, ਜੀ ਜਾਣੀ ਕਿ ਵੀ ਜਨਮ ਦਿਨ ਮਨਾ ਰਹੇ ਸੀ। ਹਾਂਜੀ ਤਾਂ ਉਹ ਪ੍ਰੈਜ਼ੈਂਟਰ ਕਹਿੰਦਾ ਵੀ ਮੈਂ ਗਿਆ ਸੀ ਪਰ ਕੋਈ ਕਿਸੇ ਨੇ ਨਹੀਂ ਕੁਛ ਅੱਛਾ, ਕੋਈ ਗੱਲ ਨਹੀਂ ਕੀਤੀ, ਹਿੱਸਾ ਖੋਲ ਨਹੀਂ ਕੇ ਲਿਆ, ਗੱਲ ਨਹੀਂ ਖੋਲ ਦੱਸੀ ਕੇ ਨਹੀਂ ਗੱਲ ਕੀਤੀ। ਤੇ ਮੈਂ ਹਾਂਜੀ। ਕਿਹਾ ਵੀ ਕੀ ਮੈਂ ਦੱਸ ਸਕਦਾ? ਹਾਂਜੀ ਉਹ ਕਹਿੰਦੇ ਤੁਸੀਂ ਕਿੱਦਾਂ? ਮੈਂ ਕਿਹਾ ਵੀ ਮੇਰਾ ਸਾਹਿਤ ਨਾਲ ਗੂੜਾ ਸੰਬੰਧ ਰਿਹਾ ਹਾਂਜੀ ਤੇ ਮੈਂ ਜਾਣਦਾ। ਜੀ ਤੇ ਮੈਂ ਉਹ ਜੀਵਨੀ ਬਾਰੇ ਉਹਦੇ ਬਾਰੇ ਦੱਸਿਆ। ਜੀ ਤਾਂ ਉਸ ਤੋਂ ਬਾਅਦ ਉਹ ਕਹਿੰਦੇ ਵੀ ਤੁਹਾਡਾ ਕੀ ਨਾਮ ਹੈ? ਤੇ ਮੈਂ ਕਿਹਾ ਵੀ ਮੇਰਾ ਨਾਮ ਬਾਬਾ ਵਿਕਰਮ ਹੈ। ਅੱਛਾ, ਵੈਸੇ ਹੀ ਉਹਨੂੰ ਕਹਿਤਾ, ਅਚਾਨਕ ਹੀ ਬੋਲ ਦਿੱਤਾ? ਅਚਾਨਕ ਹੀ ਬੋਲਤਾ। ਅੱਛਾ ਉਹਨੇ ਕਹਿੰਦਾ ਜੀ। ਵੀ ਬੜਾ ਵਧੀਆ ਨਾਮ ਹੈ। ਤੇ ਉਸ ਤੋਂ ਬਾਅਦ ਫਿਰ ਮੈਂ ਇਹ ਨਾਮ ਤੁਹਾਡੇ ਨਾਲ ਜੁੜ ਗਿਆ, ਤੁਸੀਂ ਮਤਲਬ ਅੱਗੇ ਲੈ ਕੇ ਗਏ, ਲਿਖਣ ਲੱਗ ਗਿਆ। ਮੈਂ ਲਿਖਣ ਲੱਗ ਗਏ ਇਸ ਨਾਮ ਨੂੰ। ਤੇ ਜਦੋਂ ਤੁਸੀਂ ਗੁਰਬਾਣੀ ਨਾਲ ਜੁੜੇ ਹੈਗੇ ਆ ਤੇ ਤੁਹਾਨੂੰ ਆਪਣੇ ਆਪ 'ਚ ਕਿੱਦਾਂ ਉਦੋਂ ਦਾ ਫੀਲ ਹੁੰਦਾ ਆ? ਵੀ ਕਹਿੰਦੇ ਹੁੰਦੇ ਗੁਰਬਾਣੀ ਨਾਲ ਜੁੜਨਾ ਵੀ ਇਹ ਕਿਸੇ ਦੇ ਨਸੀਬ ਵਿੱਚ ਹੁੰਦਾ ਆ। ਸਾਰਿਆਂ ਨੂੰ ਇਹ ਬਖਸ਼ ਬਾਬਾ ਜੀ ਦੀ ਨਹੀਂ ਮਿਲਦੀ ਹੈਗੀ। ਚਾਹੁੰਦੇ ਸਾਰੇ ਹੁੰਦੇ ਆ ਵੀ ਅਸੀਂ ਰੱਬ ਦਾ ਨਾਮ ਲਈਏ, ਜਾਪ ਕਰੀਏ, ਲੇਕਿਨ ਮੇਰਾ ਖਿਆਲ ਇਹ ਵੀ ਕੋਈ ਹੀ ਕਰ ਸਕਦਾ ਆ। ਤੇ ਤੁਸੀਂ ਜਦੋਂ ਗੁਰਬਾਣੀ ਨਾਲ ਜੁੜੇ ਹੈਗੇ ਆ ਤੇ ਤੁਹਾਡੀ ਜ਼ਿੰਦਗੀ ਵਿੱਚ ਕੀ ਚੇਂਜ ਆਈ ਹੈਗੀ ਉਦੋਂ? ਹਾਂਜੀ, ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਆਈ ਜੀ। ਕਈ ਲੋਕ ਤਾਂ ਜਿਹੜੇ ਹੈਗੇ ਆ ਉਹ ਪਹਿਲਾਂ ਬਲੀਵ ਨਹੀਂ ਸੀ ਕਰਦੇ ਕਿ ਆ ਉਹੀ ਆਦਮੀ ਹੈ ਜੀ ਤੇ ਜਿਹੜਾ ਪਹਿਲਾਂ ਸੀ। ਕਿਉਂਕਿ ਮੈਂ ਮੰਨ ਲਓ ਵੀ ਇੱਕ ਆਦਮੀ ਪੂਰਬ ਵੱਲ ਨੂੰ ਜਾਂਦਾ ਹੈ ਹਾਂਜੀ ਤੇ ਉਹ ਯਕਦਮ ਪੱਛਮ ਵੱਲ ਨੂੰ ਜਾਂਦਾ ਰਵੇ। ਜੀ ਤਾਂ ਇਹ ਸੇਮ ਮੇਰੇ ਨਾਲ 2006 ਦੇ ਵਿੱਚ ਸੌਰੀ ਜੀ। ਤੇ ਇੱਕ ਗੁਰੂ ਸਾਹਿਬ ਦਾ ਚੌਥੇ ਪਾਤਸ਼ਾਹੀ ਦਾ ਬਚਨ ਹੈ, ਹਾਂਜੀ ਅਬ ਹਮ ਚਲੀ ਠਾਕਰ ਪਹਿਹਾਰ। ਜੀ ਕਿ ਉਹ ਇਹਦਾ ਮਤਲਬ ਇਹ ਹੈ ਕਿ ਜਦੋਂ ਬੰਦੇ ਦੇ ਚਾਰ ਸਫੇਰੋਂ ਉਹਨਾਂ ਨੇ ਆਪਣੇ ਆਪ ਨੂੰ ਸੰਬੋਧਨ ਕਰਕੇ ਜੀ ਸਾਨੂੰ ਸਮਝਾਇਆ ਕਿ ਜਦੋਂ ਬੰਦੇ ਦੇ ਚਾਰ ਹੱਥ ਖੜੇ ਹੋ ਜਾਣ, ਕਹਿ ਲਓ, ਹਾਂਜੀ, ਤਾਂ ਉਹਨੂੰ ਗੁਰੂ ਦਾ ਆਸਰਾ ਲੈਣਾ ਚਾਹੀਦਾ। ਪਰ ਜਦੋਂ ਗੁਰੂ ਦਾ ਆਸਰਾ ਲੈ ਲਿਆ, ਜੀ ਉਸ ਅਕਾਲ ਪੁਰਖ ਦਾ ਆਸਰਾ ਲੈ ਲਿਆ, ਫਿਰ ਆਪਣੇ ਆਪ ਨੂੰ ਤੁਸੀਂ 100% ਜਿਹੜਾ ਹੈ ਜੀ ਉਹ ਤੁਸੀਂ ਜਾਣੀ ਕਿ ਸਰੈਂਡਰ ਕਰ ਦਿਓ। ਜੀ ਜਿਵੇਂ ਇੱਕ ਪਾਣੀ ਹੈ, ਹਾਂਜੀ ਪਾਣੀ ਹੈ, ਜੇ ਉਹਨੇ ਆਪਣਾ ਰੂਪ ਬਦਲਣਾ ਹੈ, ਭਾਫ ਬਣਨਾ, ਤਾਂ ਉਹਨੂੰ 100% ਤੇ ਜਾਣਾ ਪੈਣਾ। ਉਦੋਂ ਪਹਿਲਾਂ ਤੇ ਉਹ ਭਾਫ ਨਹੀਂ ਬਣੂਗਾ। ਇਵੇਂ ਜਿਹੜਾ ਆਦਮੀ ਹੈ, ਜਿੰਨਾ ਚਿਰ ਉਹ ਗੁਰੂ ਦੇ ਅੱਗੇ 100% ਨਹੀਂ ਸਰੈਂਡਰ ਕਰਦਾ ਜੀ, ਤਾਂ ਉਹਨਾਂ ਚਿਰ ਗੁਰੂ ਨੂੰ ਬਿਲਕੁਲ ਬਖਸ਼ਿਸ਼ ਸਹੀ ਨਹੀਂ ਕਰ ਸਕਦਾ। ਕੋਈ ਜੁੜਦਾ ਆ, ਕਿਸੇ ਦੀ ਰੂਹ ਉਹਨਾਂ ਨਾਲ ਮਿਲਦੀ ਆ ਜਾ ਕੇ, ਇਹ ਵੀ ਉਹਦੀ ਕਿਰਪਾ। ਬਿਲਕੁਲ, ਜਿੰਨਾ ਚਿਰ ਮਨ ਵਿੱਚੋਂ ਤੁਹਾਡੇ ਉਹ ਚੀਜ਼ ਨਹੀਂ ਆਉਂਦੀ ਹੈਗੀ, ਉਹਨਾਂ ਚਿਰ ਅਸੀਂ ਮੇਰੇ ਖਿਆਲ ਕੁਝ ਹਾਸਲ ਵੀ ਨਹੀਂ ਕਰ ਸਕਦੇ ਤੇ ਸਾਡੇ ਕੋਲ ਬੱਚਨ ਵੀ ਨਹੀਂ ਬੋਲੇ ਜਾਂਦੇ। ਹਾਂਜੀ ਬਾਬਾ ਜੀ, ਜਿੱਦਾਂ ਤੁਸੀਂ ਹੁਣ ਪਹਿਲਾਂ ਆਪਾਂ ਸ਼ੁਰੂ ਵਿੱਚ ਗੱਲ ਕਰਦੇ ਸੀ, ਜੋ ਤੁਸੀਂ ਫਾਊਂਡਰੀ ਵਿੱਚ ਆ ਕੇ ਕੰਮ ਕੀਤਾ ਸੀਗਾ, ਵੀ ਉਸ ਟਾਈਮ ਤੋਂ ਲੈ ਕੇ ਹੁਣ ਦੇ ਟਾਈਮ ਤੱਕ ਜਿੰਨਾ ਵੀ ਤੁਸੀਂ ਸਟਰਗਲ ਕੀਤਾ ਹੈਗਾ, ਕੀ ਤੁਸੀਂ ਉਹ ਜਿਹੜੇ ਫਾਊਂਡਰੀ ਦੇ ਦਿਨ ਹੈਗੇ ਆ, ਤੁਸੀਂ ਉਹਨਾਂ ਦਿਨਾਂ ਨੂੰ ਕਦੀ ਯਾਦ ਕਰਦੇ ਹੋ ਵੀ ਮੈਂ ਆ ਕੇ ਕਿੱਦਾਂ ਇੱਥੇ ਸਟਰਗਲ ਕੀਤਾ, ਸ਼ੁਰੂ ਕੀਤਾ ਸੀ? ਤੁਹਾਡੇ ਜ਼ਿਹਨ ਵਿੱਚ ਕਦੀ ਉਹ ਗੱਲ ਆਂਦੀ ਆ? ਹਾਂਜੀ, ਉਹ ਜਿਹੜਾ ਫਾਊਂਡਰੀ ਦਾ ਕੰਮ ਸੀ ਨਾ ਜੀ, ਉਹਨੇ ਮੈਨੂੰ ਬਹੁਤ ਕੁਝ ਸਿਖਾਇਆ ਜੀ। ਮਿਹਨਤ ਕਰਨੀ ਸਿਖਾਈ ਤੇ
ਜੌਬ ਇਜ਼ ਜੌਬ ਯੈਸ ਜੀ, ਜਿਹੜੀ ਹੈ, ਬਿਲਕੁਲ। ਪਰ ਉਹ ਕਿਉਂਕਿ ਮੈਂ ਤੰਗ ਬਹੁਤ ਸੀ, ਹਾਂਜੀ। ਪਰ ਮੈਂ ਕਿਸੇ ਨੂੰ ਕਹਿ ਵੀ ਨਹੀਂ ਸੀ ਸਕਦਾ ਕਿਉਂਕਿ ਇੱਥੇ ਆਉਣਾ ਮੇਰੀ ਚੁਆਇਸ ਸੀ। ਜੀ ਜੀ ਜੀ, ਮੈਂ ਆਪਣੇ ਆਪ ਆਇਆ ਸੀ ਜਾਣੀ ਤੇ ਕਿ ਤੁਸੀਂ ਘਰ ਜਾ ਕੇ ਜਿੱਦਾਂ ਤੁਸੀਂ ਹੁਣ ਫਾਊਂਡਰੀ ਚ ਉਦੋਂ ਕੰਮ ਕਰਦੇ ਸੀਗੇ ਤੇ ਤੁਹਾਡੀ ਚੋਇਸ ਨਹੀਂ ਸੀ ਉਹ ਕੰਮ ਕਰਨ ਦੀ, ਪਰ ਫਿਰ ਵੀ ਤੁਸੀਂ ਆਪਣੇ ਪਰਿਵਾਰ ਲਈ ਕਦੀ ਘਰ ਜਾ ਕੇ ਤੁਸੀਂ ਇਦਾਂ ਦੱਸਦੇ ਸੀ ਵੀ ਮੇਰਾ ਮਨ ਨਹੀਂ ਲੱਗਦਾ, ਜਾਂ ਜੋ ਵੀ ਤੁਸੀਂ ਉਸ ਵੇਲੇ ਫੀਲ ਕਰਦੇ ਹੁੰਦੇ ਸੀਗੇ, ਕਦੀ ਤੁਸੀਂ ਆਪਣੀ ਵਾਈਫ ਨਾਲ, ਆਪਣੇ ਬੱਚਿਆਂ ਨਾਲ, ਕਿਸੇ ਨਾਲ ਸ਼ੇਅਰ ਕਰਦੇ ਹੁੰਦੇ ਸੀ ਆਪਣੀਆਂ ਫੀਲਿੰਗਸ? ਨਹੀਂ, ਉਹ ਜ਼ਰੂਰ ਮੈਂ ਕਰਦਾ ਸੀ ਕਿ ਕੰਮ ਔਖਾ ਹੈ, ਪਰ ਮੈਂ ਉਹਨਾਂ ਨੂੰ ਬਲੇਮ ਨਹੀਂ ਸੀ ਦਿੰਦਾ ਕਿਉਂਕਿ ਇਹ ਇੰਡੀਆ ਤੋਂ ਆਉਣਾ ਮੇਰੀ ਚੁਆਇਸ ਸੀ। ਜੀ ਬਿਲਕੁਲ ਬਿਲਕੁਲ, ਮੇਰੀ ਆਪਣੀ ਚੁਆਇਸ ਸੀ। ਆਪਣੀ ਚੋਇਸ ਕਰਕੇ ਫਿਰ ਆਪਾਂ ਕਹਿ ਵੀ ਨਹੀਂ ਸਕਦੇ ਹੈਗੇ, ਜਦੋਂ ਕਹਿੰਦੇ ਨੇ ਹੁੰਦੇ ਜਿਹੜਾ ਕੰਮ ਅਸੀਂ ਆਪਣੀ ਮਰਜ਼ੀ ਨਾਲ ਕਰਦੇ ਆ ਫਿਰ ਅਸੀਂ ਉਹ ਕਿਸੇ ਨੂੰ ਦੱਸ ਵੀ ਨਹੀਂ ਸਕਦੇ, ਕਹਿ ਵੀ ਨਹੀਂ ਸਕਦੇ। ਅਗਲਾ ਕਹਿੰਦਾ ਤੇਰੀ ਚੋਇਸ ਸੀਗੀ, ਤੁਸੀਂ ਕੀਤਾ, ਪਰ ਉਹ ਜਿਹੜੀ ਚੋਇਸ ਸੀਗੀ, ਇੱਕ ਮੇਰਾ ਖਿਆਲ ਉਹੀ ਬੰਦਾ ਇਸ ਚੋਇਸ ਨੂੰ ਅੱਗੇ ਲੈ ਕੇ ਜਾਂਦਾ ਜਿਹੜਾ ਆਪਣੇ ਪਰਿਵਾਰ ਦਾ ਪਹਿਲਾਂ ਸੋਚਦਾ, ਆਪਣਾ ਬਾਅਦ ਤੋਂ। ਜਿੱਥੇ ਤੱਕ ਮੈਂ ਹੁਣ ਬਾਬਾ ਜੀ ਨੂੰ ਸੁਣ ਰਹੀ ਇਹਨਾਂ ਦੀ ਗੱਲਾਂ, ਇਹਨਾਂ ਨੇ ਆਪਣੇ ਪਰਿਵਾਰ ਦਾ ਪਹਿਲਾਂ ਸੋਚਿਆ, ਆਪਣੀਆਂ ਖੁਆਇਸ਼ਾਂ, ਆਪਣੀਆਂ ਚੋਇਸਾਂ ਨੂੰ ਬਿਲਕੁਲ ਪਿੱਛੇ ਤੁਸੀਂ ਦੱਬੀ ਰੱਖਿਆ ਵੀ ਕਿਸੇ ਨੂੰ ਦੱਸਣਾ ਨਹੀਂ ਹੈਗਾ, ਬਸ ਕੰਮ ਅੱਗੇ ਤੇ ਅੱਗੇ ਤੁਸੀਂ ਕਰਦੇ ਜਾਂਦੇ ਰਹੇ ਆ, ਕੁਛ ਨਾ ਕੁਛ ਤੁਸੀਂ ਕੀਤਾ ਹੈਗਾ। ਤੇ ਜਦੋਂ ਤੁਸੀਂ ਹੁਣ ਜਿੱਦਾਂ ਆਪਾਂ ਸੁਣਦੇ ਹੈਗੇ, ਬੜੇ ਅਸੀਂ ਇਨਸੀਡੈਂਟ ਸੁਣਦੇ ਆ, ਟੈਕਸੀ ਡਰਾਈਵਰਸ ਸਾਡੇ ਜਿਹੜੇ ਹੈਗੇ ਉਹਨਾਂ ਨਾਲ ਬੜੀਆਂ ਇਹੋ ਜਿਹੀਆਂ ਕਈ ਵਾਰੀ ਕੋਈ ਗੱਲਾਂ ਹੋ ਜਾਂਦੀਆਂ ਆ। ਕਦੀ ਕੋਈ ਐਦਾਂ ਦਾ ਤੁਹਾਡੇ ਨਾਲ ਹਾਦਸਾ ਵਾਪਰਿਆ ਜਿਹੜਾ ਤੁਸੀਂ ਜਦੋਂ ਤੁਸੀਂ ਟੈਕਸੀ ਚਲਾਉਂਦੇ ਸੀ ਵੀ ਤੁਹਾਨੂੰ ਯਾਦ ਆ ਕੁਝ? ਹਾਦਸੇ ਦਾ ਕਾਫੀ ਵਾਪਰਦੇ ਆ ਕਿਉਂਕਿ ਟੈਕਸੀ ਦਾ ਇਹ ਇੱਕ ਪਾਰਟ ਆਫ ਦੀ ਜੌਬ ਹੈ ਜੀ, ਪਰ ਇੱਕ ਹਾਦਸਾ ਜਿਹੜਾ ਹੈ ਜੀ, ਉਸ ਤੋਂ ਬਾਅਦ ਮੈਂ ਵੀ ਫੀਲ ਕੀਤਾ ਕਿ ਮੈਨੂੰ ਇਹ ਨਹੀਂ ਸੀ ਚਾਹੀਦਾ। ਤਾਂ ਅਸੀਂ ਵੈਸੇ ਇੱਥੇ ਰਾਤ ਨੂੰ ਜਦੋਂ ਅਸੀਂ ਪੈਸੇਂਜਰ ਚੱਕਦੇ ਆ ਜੀ, ਪਹਿਲਾਂ ਪੈਸੇ ਲੈ ਲਈਦੇ ਆ। ਹਾਂਜੀ। ਤੇ ਮੇਰੇ ਨਾਲ 5 ਪੈਸੇਂਜਰ ਸਨ ਜੀ, ਉਹ ਕਹਿੰਦੇ ਜੀ ਇੱਕ ਕਹਿੰਦਾ ਅਸੀਂ ਅੱਡੋ ਅੱਡੀ ਜਾਣਗੇ 5 ਡ੍ਰੌਪ ਸੀ। ਹਾਂਜੀ। ਤਾਂ ਮੈਂ ਉਹਨਾਂ ਨੇ ਪੈਸੇ ਮੇਰੇ ਨਾਲ ਤੈਅ ਕਰ ਲਏ। ਹਾਂਜੀ। ਤੇ ਉਹਨਾਂ ਦੇ ਵਿੱਚ ਇੱਕ ਲੜਕੀ ਸੀ। ਅੱਛਾ ਜੀ। ਤੇ 4 ਮੁੰਡੇ ਸੀ। ਹਾਂਜੀ, ਸਾਰਿਆਂ ਦੀ ਸ਼ਰਾਬ ਪੀਤੀ ਹੋਈ ਸੀ ਜੀ। ਤਾਂ ਉਹ ਜਦੋਂ ਰਸਤੇ ਸੀ, ਜਦੋਂ ਮੈਂ ਕੰਟਰੀ ਲੇਨ ਤੇ ਜਾ ਰਿਹਾ ਸੀ, ਇੱਕ ਮੈਨੂੰ ਕਹਿੰਦਾ ਵੀ ਮੈਨੂੰ ਮੈਂ ਜਿਹੜਾ ਆਪਣਾ ਡੈਸਟੀਨੇਸ਼ਨ ਜਿਹੜਾ ਹੈ ਬਦਲਣਾ ਹੈ। ਅੱਛਾ, ਜਿੱਥੇ ਮੈਨੂੰ ਹੋਰ ਥਾਂ ਡ੍ਰੌਪ ਕਰ ਜੀ ਜੀ, ਇੱਧਰ ਦੀ ਹੋ ਕੇ। ਅੱਛਾ। ਮੈਂ ਕਿਹਾ ਬਿਲਕੁਲ ਨਹੀਂ, ਵੀ ਜਿੱਥੇ ਜਿੱਥੇ ਤੂੰ ਪਹਿਲਾਂ ਕਿਹਾ ਮੈਂ ਉੱਥੇ ਤੁਹਾਨੂੰ ਡ੍ਰੌਪ ਕਰੂੰਗਾ ਜੀ। ਤਾਂ ਵੀ ਜਾਂ ਮੈਨੂੰ ਤੁਸੀਂ ਪੈਸੇ ਹੋਰ ਦਿਓ, ਹਾਂਜੀ, ਕਿਉਂਕਿ ਮੈਨੂੰ ਘੱਟ ਤੋਂ ਘੱਟ 3-4 ਮੀਲ ਪਾਸੇ ਤੇ ਜਾਣਾ ਪੈਣਾ। ਹਾਂਜੀ ਜੀ। ਤੇ ਇਹ ਬੰਬਨ ਦੇ ਨੇੜੇ ਦੀ ਗੱਲ ਹੈ ਜੀ ਜੀ। ਤੇ ਜਦੋਂ ਉਹ ਜ਼ਿਆਦਾ ਭੰਨਣ ਲੱਗੇ, ਟੈਕਸੀ ਪਿੱਛੇ ਖੜਕੇ ਕਰਨ ਲੱਗੇ ਜੀ, ਅੱਛਾ ਜੀ, ਮੈਂ ਟੈਕਸੀ ਬੰਦ ਕਰਕੇ, ਬਲੀਵ ਕਰਿਓ ਜੀ, ਮੇਰੇ ਚ ਪਤਾ ਨਹੀਂ ਕਿੱਥੋਂ ਗੁਰੂ ਨੇ ਤਾਕਤ ਲੈ ਕੇ ਆਂਦੀ, ਮੈਂ ਡੋਰ ਖੋਲ ਕੇ ਬਾਹਰ ਆ ਗਿਆ। ਮੈਂ ਕਿਹਾ ਤੁਸੀਂ ਬਾਹਰ ਨਿਕਲੋ। ਹਾਂ। ਉਹ ਯਕਦਮ ਸ਼ੌਕ ਹੋ ਗਏ ਵੀ ਇਹ ਇਕੱਲਾ ਹੈ ਤੇ ਇਹ ਬਾਹਰ ਆ ਕੇ ਸਾਨੂੰ ਕਹਿਣ ਲੱਗ ਗਿਆ। ਤੇ ਤੁਹਾਨੂੰ ਬਿਲਕੁਲ ਡਰ ਨਹੀਂ ਲੱਗਿਆ ਵੀ ਇੰਨੇ ਜਾਣੇ ਮੈਨੂੰ ਢਾਲਣਗੇ ਜਾਂ ਮੈਨੂੰ ਕੁਝ ਹਾਰਮ ਕਰ ਸਕਦੇ ਆ? I don't know how I done it. ਪਰ ਉਹ ਜਿਹੜੀ ਵਿੱਚ ਉਹਦੇ ਲੜਕੀ ਸੀ ਉਹ ਬੜੀ ਸਿਆਣੀ ਸੀ ਜੀ। ਉਹ ਕਹਿੰਦੀ ਮਿਸਟਰ ਸਿੰਘ ਤੈਨੂੰ ਕਿੰਨੇ ਪੈਸੇ ਚਾਹੀਦੇ ਆ ਮੈਨੂੰ ਦੱਸ। ਮੈਂ ਕਿਹਾ ਮਿਨੀਮਮ 10 ਪਾਉਂਡ ਮੈਨੂੰ ਹੋਰ ਚਾਹੀਦੇ ਆ। ਉਹਨੇ ਦਿੱਤੇ, ਫੇਰ ਮੈਂ ਟੈਕਸੀ। ਦੂਸਰੀ ਗੱਲ ਹੈ ਜੋਤੀ ਜੀ, 2 ਤਰ੍ਹਾਂ ਦੇ ਹਾਲਾਤ ਹੁੰਦੇ ਆ ਆਪਣੇ, ਇੱਕ ਬਾਹਰੀ ਹਾਲਾਤ ਤੇ ਇੱਕ ਅੰਦਰਲੇ ਹਾਲਾਤ। ਯੈਸ, ਬਿਲਕੁਲ। ਬਾਹਰੀ ਹਾਲਾਤ ਸਾਰਿਆਂ ਵਾਸਤੇ ਇੱਕੋ ਹੀ ਹੁੰਦੇ ਕਿਉਂਕਿ ਸਾਰੇ ਅਸੀਂ 5 ਤੱਤ ਦੇ ਬਣੇ ਹੋਏ ਆ, ਗਰਮੀ ਸਰਦੀ ਸਾਰੇ ਮਹਿਸੂਸ ਕਰਦੇ ਆ। ਪਰ ਜਿਹੜਾ ਆਦਮੀ ਅੰਦਰੋਂ ਤਕੜਾ ਹੈ, ਅੰਦਰਲੇ ਹਾਲਾਤ ਉਹਦੇ ਹੈ ਅੰਦਰੋਂ ਕਾਇਮ ਹੈ, ਮੈਂਟਲੀ ਸਟਰੋਂਗ ਹੈ, ਉਹ ਕੋਈ ਵੀ ਔਕੜ ਨੂੰ ਝੱਲ ਸਕਦਾ, ਕਿਸੇ ਵੀ ਪ੍ਰੋਬਲਮ ਨੂੰ ਉਹ ਫਿਰ ਪ੍ਰੋਬਲਮ ਨਹੀਂ ਸਮਝਦਾ। ਬਿਲਕੁਲ ਸਹੀ ਕਿਹਾ ਬਾਬਾ ਜੀ ਨੇ। ਜਿੰਨਾ ਚਿਰ ਅਸੀਂ ਅੰਦਰ ਤੋਂ ਆਪਣੇ ਮਨ ਤੋਂ ਮੈਂਟਲੀ ਅਸੀਂ ਰੈਡੀ ਨਹੀਂ ਹੁੰਦੇ ਕਿਸੇ ਵੀ ਚੀਜ਼ ਦੇ ਲਈ, ਅਸੀਂ ਤਦ ਤੱਕ ਕੋਈ ਵੀ ਚੀਜ਼ ਹਾਸਲ ਨਹੀਂ ਕਰ ਸਕਦੇ। ਕੋਈ ਵੀ ਚੀਜ਼ ਛੋਟੀ ਹੋਵੇ ਵੱਡੀ ਹੋਵੇ, ਦਿਮਾਗ ਦਾ ਸੰਤੁਲਨ ਜਿਹੜਾ ਬਹੁਤ ਜ਼ਰੂਰੀ ਹੁੰਦਾ ਵੀ ਤੁਹਾਡਾ ਕਾਇਮ ਰਵੇ ਤੇ ਮਨ ਵੀ ਲੱਗੇ ਉਹ ਚੀਜ਼ ਦੇ ਵਿੱਚ। ਕੋਈ ਵੀ ਕੰਮ ਕਰੋ, ਕੰਮ ਮੈਂ ਅਕਸਰ ਕਹਿੰਦੀ ਹਾਂ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ, ਬਸ ਕੰਮ ਹੋਣਾ ਚਾਹੀਦਾ ਆ। ਜਦੋਂ ਅਸੀਂ ਇਸ ਕੰਟਰੀ ਦੇ ਵਿੱਚ ਆ ਹੀ ਜਾਂਦੇ ਆ, ਅਸੀਂ ਮੇਰੇ ਖਿਆਲ ਇੱਥੇ ਕੰਮ ਕਰਨ ਹੀ ਆਉਂਦੇ ਆ, ਬਿਨਾਂ ਕੰਮ ਕੀਤੇ ਤਾਂ ਸਾਨੂੰ ਕੁਝ ਨਹੀਂ ਮਿਲਦਾ। ਜਿਵੇਂ ਕਿ ਬਾਬਾ ਜੀ ਵੀ ਹੁਣ ਦੱਸ ਰਹੇ ਆ, ਕਿੰਨੇ ਇਹਨਾਂ ਨੇ ਸੰਘਰਸ਼ ਕੀਤੇ, ਕਿੰਨੇ ਇਹਨਾਂ ਨੇ ਕੰਮ ਕੀਤੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਜਾਣ ਲਈ। ਲੇਕਿਨ ਆਪਣੇ ਮਨ ਤੋਂ ਕੰਮ ਕਰੋ ਤੇ ਮੇਰਾ ਖਿਆਲ ਅਸੀਂ ਸਾਰਾ ਕੁਝ ਹਾਸਲ ਕਰ ਲੈਂਦੇ ਆ।
ਤੇ ਬਾਬਾ ਜੀ ਜਿੰਨਾ ਕੁਝ ਇੰਨਾ ਕੁਝ ਤੁਹਾਡੇ ਨਾਲ ਲਾਈਫ ਵਿੱਚ ਹੋਇਆ ਸਾਰਾ ਕੁਝ, ਅੱਜ ਜਿਹੜੇ ਮੁਕਾਮ ਤੇ ਤੁਸੀਂ ਹੋ, ਤੁਹਾਡੇ ਹੁਣ ਬੱਚੇ ਵੀ ਵਿਆਹੇ ਹੋਏ ਆ, ਤੁਹਾਡੇ ਗ੍ਰੈਂਡ ਕਿਡਸ ਵੀ ਹੈਗੇ ਆ, ਹੁਣ ਜਦੋਂ ਤੁਸੀਂ ਆਪਣੀ ਸਾਰੀ ਪਿੱਛੇ ਦੀ ਜਰਨੀ ਨੂੰ ਦੇਖਦੇ ਆ ਤੇ ਤੁਸੀਂ ਕਿੱਦਾਂ ਫੀਲ ਕਰਦੇ ਆ? ਹੁਣ ਤੁਹਾਨੂੰ ਜ਼ਿਆਦਾ ਬੈਟਰ ਲੱਗਦਾ, ਉਹ ਟਾਈਮ ਤੁਹਾਨੂੰ ਜ਼ਿਆਦਾ ਬੈਟਰ ਲੱਗਦਾ ਸੀ? ਆਹ ਜਿਹੜਾ ਹੁਣ ਮੇਰੇ ਤੇ ਟਾਈਮ ਹੈ, ਮੈਂ ਜੀ। ਕਹਿੰਦਾ ਪਰਮਾਤਮਾ ਹਰ ਇੱਕ ਨੂੰ ਬਖਸ਼ ਕਰੇ। ਜੀ ਮੈਂ ਜੋਤੀ ਜੀ ਆਪਣੇ ਜੀਵਨ ਨਾਲ ਇੰਨਾ ਹੈਪੀ ਹਾਂ। ਜੀ ਮੇਰੇ 2 ਲੜਕੇ ਨੇ, ਜੀ। ਇੱਕ ਲੜਕੀ ਹੈ। ਹਾਂਜੀ ਇੱਕ ਲੜਕਾ ਜਿਹੜਾ ਛੋਟਾ ਹੈ ਜਗਦੀਪ ਸਿੰਘ, ਜੀ ਉਹ ਕੈਨੇਡਾ ਦੇ ਵਿੱਚ ਜੀ। ਵੈਲ ਸੈਟਲਡ ਹੈ। Yeah. ਉਹਦੀ ਆਪਣੀ ਵਰਕਸ਼ਾਪ ਹੈ ਜੀ ਟਰੱਕਾਂ ਦਾ, ਤੇ ਆਪਦੇ ਟਰੱਕ ਵੀ ਉਹਦੇ ਖਰੀਦੇ ਹੋਏ ਹਨ। ਜੀ ਜੀ ਤੇ ਵੱਡਾ ਲੜਕਾ ਇੱਥੇ ਹੈ ਜਿਹੜਾ ਕਿ ਬ੍ਰਿਟਿਸ਼ ਟੈਲੀਕਾਮ ਦੇ ਵਿੱਚ ਜਿਨ੍ਹਾਂ ਦੇ ਨਾਲ ਸੀਨੀਅਰ, ਤੁਸੀਂ ਹਾਂਜੀ ਰਹਿੰਦੇ ਹੋ। ਸੀਨੀਅਰ ਜੀ ਹੈਗਾ, ਪ੍ਰੋਜੈਕਟ ਮੈਨੇਜਰ। ਹਾਂਜੀ ਤੇ ਜੀ ਬੇਟੀ ਮੇਰੀ ਟੈਕਸ ਕੰਸਲਟੈਂਟ ਹੈ, ਜੀ ਉਹਦੀ ਐਗਜ਼ੈਕਟਿਵ ਜੌਬ ਹੈ, ਸ਼ੀ ਇਜ਼ ਇਨ ਲੰਡਨ। ਜੀ ਜੇ ਹੁਣ ਆਪਾਂ ਬੱਚਿਆਂ ਦੀ ਗੱਲ ਕਰੀਏ, ਤੇ ਕਿਉਂਕਿ ਤੁਹਾਡੀ ਜਰਨੀ ਬਾਰੇ ਅਸੀਂ ਸਾਰੀਆਂ ਗੱਲਾਂ ਕੀਤੀਆਂ, ਕਹਿੰਦੇ ਹੁੰਦੇ ਪਰਿਵਾਰ ਵੀ ਬਹੁਤ ਜ਼ਰੂਰੀ ਆ। ਹੁੰਦਾ ਮੁਸ਼ਕਲ, ਮੈਂ ਇੱਕ ਸਵਾਲ ਇਦਾਂ ਦਾ ਹੀ ਕਰਨਾ ਚਾਹੁੰਦੀ, ਜੇ ਕੋਈ ਮੈਨੂੰ ਵੀ ਕਰੂਗਾ ਮੇਰਾ ਖਿਆਲ ਮੇਰੇ ਲਈ ਵੀ ਮੁਸ਼ਕਲ ਹੋ। ਕਿਹਦੇ ਨਾਲ ਪਿਆਰ ਤੁਹਾਡਾ ਜ਼ਿਆਦਾ, ਜਾਂ ਕੌਣ ਤੁਹਾਨੂੰ ਜ਼ਿਆਦਾ ਸਮਝਦਾ, ਤੁਹਾਡੀ ਡਾਟਰ ਜਾਂ ਤੁਹਾਡੇ ਬੇਟੇ ਤੁਹਾਨੂੰ ਜ਼ਿਆਦਾ ਸਮਝਦੇ ਆ? ਹਾਂਜੀ, ਮੇਰੀ ਜਿਹੜੀ ਡਾਟਰ ਹੈ ਹਾਂ। ਉਹ ਮੇਰੇ ਦਿਲ ਦੇ ਬਹੁਤ ਨੇੜੇ ਹੈ। ਮੈਂ ਤਾਂ ਈਵਨ ਸਾਰਿਆਂ ਦੇ ਸਾਹਮਣੇ ਕਹਿੰਦਾ ਹਾਂ ਜੀ ਕਿ ਯੂ ਆਰ ਮਾਈ ਆਕਸੀਜਨ, ਹਾਂ, ਤੇਰੇ ਬਗੈਰ ਮੈਂ ਜ਼ਿੰਦਾ ਨਹੀਂ ਰਹਿ ਸਕਦਾ। ਯਾ ਤਾਂ ਜੀ। ਬੇਟੇ ਸਾਰੇ ਮੇਰੇ ਨੇੜੇ ਨੇ। ਜੀ ਤੇ ਜਿਹੜਾ ਹੈ ਦੂਸਰੇ ਨਾਲ ਮੇਰੀ ਐਵਰੀ ਵੀਕ ਗੱਲਬਾਤ ਹੁੰਦੀ ਹੈ, ਜੀ। ਇਹ ਅਸੀਂ ਇਕੱਠੇ ਰਹਿ ਰਹੇ ਹਾਂ। ਜੀ ਕਦੀ ਤੁਸੀਂ ਬੱਚਿਆਂ ਨਾਲ, ਜਦੋਂ ਤੁਸੀਂ ਫੈਮਿਲੀ ਚ ਆਪਣੇ ਚ ਬਹਿੰਦੇ ਹੋ, ਆਪਣੇ ਗ੍ਰੈਂਡ ਚਿਲਡਰਨਸ ਨਾਲ, ਸਾਰਿਆਂ ਨਾਲ, ਤੁਸੀਂ ਆਪਣੀ ਲਾਈਫ ਦੀ ਕਦੀ ਕੋਈ ਗੱਲਬਾਤ ਉਹਨਾਂ ਨੂੰ ਸੁਣਾਉਂਦੇ ਹੋ? ਤੁਸੀਂ ਕਿੱਥੋਂ ਕਿੱਦਾਂ ਕੀ ਮੁਸ਼ਕਲਾਂ ਵਿੱਚ ਤੁਸੀਂ ਇੱਥੇ ਆਏ? ਹਾਂਜੀ, ਮੈਂ ਅਕਸਰ ਇਹਨਾਂ ਨੂੰ ਜਦੋਂ ਛੋਟੇ ਹੁੰਦੇ ਸੀ, ਜੀ ਮੈਂ ਐਜ਼ ਏ ਕਹਾਣੀਆਂ ਸ਼ਾਰਟ ਸਟੋਰੀ ਵਾਂਗੂ ਬਣਾ ਕੇ ਸੁਣਾਉਂਦੇ ਸੁਣਾਉਂਦਾ ਸੀ ਜੀ। ਬੇਟੀ ਨੂੰ ਵੀ। ਹੁਣ ਵੀ ਮੈਂ ਪਹਿਲਾਂ ਸਾਡਾ ਰੈਜ਼ੀਡੈਂਸ ਜਿਹੜਾ ਉਹ ਮੋਗੇ ਦੇ ਵਿੱਚ ਸੀਗਾ, ਜੀ ਪਰ ਪਿਛਲੇ 4 ਸਾਲ ਤੋਂ ਜੀ ਮੈਂ ਪਿੰਡ ਦੇ ਵਿੱਚ ਰਹਿਣਾ। ਹਾਂਜੀ ਤਾਂ ਈਵਨ ਜਦੋਂ ਮੇਰੀ ਬੇਟੇ ਉੱਥੇ ਪਿੰਡ ਗਏ ਆ, ਮੈਂ ਇਹਨਾਂ ਨੂੰ ਸਾਰਾ ਦਿਖਾਇਆ ਜਿੱਥੇ ਜਿੱਥੇ ਮੈਂ ਖੇਡਦਾ ਰਿਹਾ, ਜੀ ਜਿੱਥੇ ਮੇਰੇ ਸਾਥੀ ਨੇ। ਜੀ ਹੁਣ ਵੀ ਜਦੋਂ ਜਾਣਗੇ ਮੈਂ ਸਾਰਾ ਦਿਖਾਊਂਗਾ। ਜੀ ਮੈਂ ਪਿੰਡ ਦੇ ਵਿੱਚ ਉਵੇਂ ਹੀ ਜਿਵੇਂ ਮੈਂ ਪਿੰਡ ਛੱਡ ਕੇ ਆਇਆ ਸੀ, ਜੀ ਹੁਣ ਜਾ ਕੇ ਵੀ ਮੈਂ ਪਿੰਡ ਦੇ ਵਿੱਚ ਉਵੇਂ ਉੱਦਾਂ ਹੀ। ਉਹਨਾਂ ਦੇ ਵਿੱਚ ਉਵੇਂ ਹੀ ਰਹਿ ਰਿਹਾ। ਜੀ ਮੈਂ ਕਦੇ ਉੱਥੇ ਗੱਡੀ ਨਹੀਂ ਰੱਖੀ। ਜੀ ਜੇ ਮਿਸੇਜ ਨੇ ਕਿਤੇ ਜਾਣਾ ਜਾਂ ਬੱਚੇ ਨਾਲ ਆ ਫੇਰ ਜੀ। ਗੱਡੀ ਦੀ ਆ, ਨਹੀਂ ਤਾਂ ਮੈਂ ਹਮੇਸ਼ਾ ਬੱਸ ਤੇ ਸਫ਼ਰ ਕਰਦਾ। ਬਹੁਤ ਹੀ ਸਿੰਪਲ ਲਾਈਫ ਸਟਾਈਲ ਤੁਸੀਂ ਆਪਣੇ ਆਪ ਨੂੰ ਰੱਖਿਆ ਇੱਕ, ਹਾਂਜੀ, ਜਿੱਦਾਂ ਜੇ ਜਿਸ ਕੰਟਰੀ 'ਚ ਵੀ ਤੁਸੀਂ ਰਹਿਣਾ ਹੈ, ਜੇ Yeah. ਉੱਥੋਂ ਦੇ ਲੋਕਾਂ ਦੇ ਵਿੱਚ ਰਹਿਣਾ ਹੈ, Yeah, ਤਾਂ ਹੀ ਤੁਸੀਂ ਜਿਹੜੇ ਹੈਗੇ ਆ ਬਿਲਕੁਲ ਇੰਜੋਏ ਕਰ ਸਕਦੇ ਆ। ਬਿਲਕੁਲ ਜੇ ਲੋਕਾਂ ਤੋਂ ਉੱਪਰ ਹੋ ਕੇ ਰਹਿਣਾ ਤਾਂ ਤੁਸੀਂ ਜੀ। ਇੰਜੋਏ ਨਹੀਂ ਕਰ ਸਕਦੇ। ਬਿਕਾਜ਼ ਆਮ ਤੌਰ ਤੇ ਕਈ ਵਾਰ ਹੁੰਦਾ ਵੈਸੇ ਇਦਾਂ ਹੀ ਹੈਗਾ, ਜਦੋਂ ਲੋਕ ਕੋਈ ਇਹਨਾਂ ਕੰਟਰੀਆਂ ਚੋਂ ਬਾਹਰ ਜਾਂਦੇ ਥੋੜਾ ਰੋਬ ਦਿਖਾਉਂਦੇ ਆ, ਅਸੀਂ ਬਾਹਰੋਂ ਆਏ ਆ ਜਾਂ ਕਿੱਦਾਂ ਆ, ਪਰ ਤੁਸੀਂ ਜਿੱਦਾਂ ਦੱਸ ਤੁਹਾਨੂੰ ਰਹੇ ਮੈਂ ਆ। ਇੱਕ ਹੋਰ ਗੱਲ ਦੱਸਦਾ ਹੈ। ਜੀ ਅੱਜ ਅਸੀਂ ਜਿਹੜਾ ਅੱਜ ਦਾ ਮੌਕਾ ਹੈ, ਜੀ ਅਸੀਂ ਵਿਖਾਵੇ ਵਾਲੀ ਜ਼ਿੰਦਗੀ ਜ਼ਿਆਦਾ ਜੀਨੇ ਆ, ਬਿਲਕੁਲ ਅਸਲੀ ਜ਼ਿੰਦਗੀ ਭੁੱਲ ਗਏ ਆ। ਅਸੀਂ ਜਿਹੜੀ ਹੈ ਉਹ Yeah. ਘੱਟ ਜੀਨੇ ਆ। ਬਿਲਕੁਲ ਹੁਣ ਮੰਨ ਲਓ ਕੋਈ ਮਹਿਮਾਨ ਸਾਡੇ ਆਉਂਦਾ ਹੈ, ਜੀ ਅਸੀਂ 8 ਤਰ੍ਹਾਂ ਦੀਆਂ ਡਿਸ਼ਾਂ ਬਣਾਉਣੇ ਆ, ਬਿਲਕੁਲ ਜਿਹੜੀ ਕਿ ਸਾਨੂੰ ਲੋੜ ਨਹੀਂ, ਉਹ ਸਭ ਵਿਖਾਵਾ ਹੈ। ਜੀ ਬਿਲਕੁਲ ਇਹਦੇ ਅਨੁਸਾਰ ਮੈਨੂੰ ਹੁਣ ਉਹ ਦਿਮਾਗ ਦੇ ਵਿੱਚ ਇੱਕ ਜੀ ਐਗਜ਼ਾਮਪਲ ਯਾਦ ਆਈ ਹੈ। ਕੋਈ ਫਕੀਰ ਤੁਰਿਆ ਜਾਂਦਾ ਸੀ ਹਾਂਜੀ ਤੇ ਉਹਦੇ ਝੋਲਿਆ ਪਾਇਆ ਹੁੰਦਾ ਫਕੀਰ ਦੇ, ਹਾਂਜੀ ਤੇ ਅੱਗੋਂ ਉਸ ਜਿਹੜੇ ਕਿ ਬਾਦਸ਼ਾਹ ਰਿਹਾ ਸੀ। ਜੀ ਇਹ ਪੁਰਾਣੀ ਗੱਲ ਹੈ। ਜੀ ਤੇ ਬਾਦਸ਼ਾਹਾਂ ਦੇ ਮਨ ਦੇ ਵਿੱਚ ਸਤਿਕਾਰ ਹੁੰਦਾ ਸੀ। ਤਾਂ ਉਹ ਫਕੀਰ ਨੂੰ ਜਦੋਂ ਉਹਨੇ ਨਮਸਤਕ ਹੋਇਆ ਤੇ ਉਸ ਤੋਂ ਬਾਅਦ ਜੀ। ਉਹ ਕਹਿੰਦਾ ਹੈ ਫਕੀਰ ਨੂੰ ਕਿ ਇਹ ਝੋਲੇ ਦੇ ਵਿੱਚ ਤੁਸੀਂ ਕੀ ਪਾਇਆ ਹੈ? ਹਾਂਜੀ ਉਹ ਕਹਿੰਦਾ ਹੈ ਮੇਰੀ ਰਾਤ ਦਾ ਖਾਣਾ ਹੈ, ਮੇਰੀ ਜੀ। ਰੋਟੀ ਮਿੱਸੀ ਹੈ, ਜੀ ਮੈਂ ਇਹ ਹੈ। ਤੇ ਰਾਜਾ ਕਹਿੰਦਾ ਚੱਲ ਆ ਤੂੰ ਮੇਰੇ ਨਾਲ ਚੱਲ, ਖਾਣਾ ਮੈਂ ਤੈਨੂੰ ਖਵਾਉਣਾ। ਉਹ ਕਹਿੰਦਾ ਰਾਜਨ, ਜਿਹੜਾ ਤੂੰ ਖਾਣਾ ਹੈ ਉਹ ਵਿਖਾਵੇ ਵਾਲਾ ਹੈ, ਹਾਂ ਇਹ ਅਸਲੀ ਖਾਣਾ ਹੈ। ਇਹ ਹੈਗਾ। ਯੈਸ ਤੂੰ ਜਾਏਗਾ, ਮੈਨੂੰ 9 ਤਰ੍ਹਾਂ ਦੀਆਂ ਡਿਸ਼ ਲਾਏਗਾ, ਯਾ ਬਾਈ ਤੂੰ ਤੇਰੇ ਨਾਲ ਤੇਰੇ ਨਾਲ ਤੇਰੇ ਖਾਣ ਵੇਲੇ 2 ਨਾਲ ਬਿਲਕੁਲ ਹਕੀਮ ਬੈਠੇ ਹੋਣਗੇ। ਜੀ ਜੀ ਮੈਂ ਇਹ ਜਿੱਥੇ ਮੈਨੂੰ ਟਾਈਮ ਲੱਗਾ, ਮੈਂ ਆਪਣੀ ਰੋਟੀ ਰੁੱਖੀ ਸਿੱਖੀ ਖਾ ਕੇ ਪਾਣੀ ਪੀ ਕੇ ਮੈਂ ਆਪਣਾ ਯਾ ਬਹੁਤ ਅੱਲਾ ਦਾ ਨਾਮ ਲੈਣਾ। ਬਹੁਤ ਇਸ ਇਹ ਤਾਂ ਸੀ ਸਾਡੇ ਅੱਜ ਬਾਬਾ ਵਿਕਰਮਜੀਤ ਸਿੰਘ ਹੁਣਾਂ ਦੀ ਜਿਹੜੀ ਆਪਣੀ ਕਹਾਣੀ ਜ਼ਿੰਦਗੀ ਦੀ। ਇਹਨਾਂ ਦੀ ਕਹਾਣੀ ਵਿੱਚੋਂ ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੈਨੂੰ ਇਹ ਸਿੱਖਣ ਨੂੰ ਮਿਲਿਆ, ਇਨਸਾਨ ਨੂੰ ਕਦੀ ਵੀ ਆਪਣਾ ਪਿਛਲਾ
ਮਾੜਾ ਚੰਗਾ ਟਾਈਮ ਭੁੱਲਣਾ ਨਹੀਂ ਚਾਹੀਦਾ। ਹਮੇਸ਼ਾ ਆਪਣੇ ਨਾਲ ਯਾਦ ਰੱਖੋ ਤੁਸੀਂ ਕੌਣ ਸੀ, ਕਿੱਥੋਂ ਆਏ ਆ। ਆਮ ਤੌਰ ਤੇ ਆਪਾਂ ਦੇਖਦੇ ਹਾਂ ਅੱਜ ਕੱਲ੍ਹ, ਜਿੱਦਾਂ ਹੁਣੇ ਸਾਡੇ ਬਾਬਾ ਜੀ ਨੇ ਇਹੀ ਗੱਲ ਕੀਤੀ ਕਿ ਦਿਖਾਵਾ ਬਹੁਤ ਵੱਧ ਗਿਆ ਆ। ਦਿਖਾਵਾ ਨਾ ਕਰਦੇ ਹੋਏ ਜੇਕਰ ਅਸੀਂ ਉਹੀ ਰਹੀਏ ਜੋ ਅਸੀਂ ਹੈ, ਮੇਰਾ ਖਿਆਲ ਸਾਡੇ ਪਿਆਰ ਵੀ ਬਣੇ ਰਹਿਣਗੇ। ਤੇ ਮੈਂ ਬਾਬਾ ਜੀ ਤੁਹਾਡਾ ਬਹੁਤ ਬਹੁਤ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਤੁਸੀਂ ਸਾਨੂੰ ਆ ਕੇ ਟਾਈਮ ਦਿੱਤਾ ਤੇ ਆ ਕੇ ਆਪਣੀ ਜ਼ਿੰਦਗੀ ਦੀ ਕਹਾਣੀ ਜਿਹੜੀ ਆ ਸਾਡੇ ਨਾਲ ਸ਼ੇਅਰ ਕੀਤੀ ਹੈਗੀ ਆ। ਤੇ ਤੁਹਾਡਾ ਵੀ ਜੋਤੀ ਜੀ ਆਖਰ ਦੇ ਵਿੱਚ ਤੇ ਫਿਰ ਸੰਗਤ ਟੀਵੀ ਦੇ ਸਾਰੀ ਟੀਮ ਦਾ ਬਹੁਤ ਬਹੁਤ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਤੇ ਮੈਂ ਦਰਸ਼ਕਾਂ ਦੇ ਨਾਲ ਆਪਣੀ ਜਿਹੜੀ ਕਹਾਣੀ ਸਾਂਝੀ ਕੀਤੀ। ਬਿਲਕੁਲ। ਤੇ ਇਹ ਤਾਂ ਸੀ ਬਾਬਾ ਜੀ ਦੀ ਕਹਾਣੀ। ਅਗਲੇ ਹਫਤੇ ਇੱਕ ਹੋਰ ਕਹਾਣੀ ਲੈ ਕੇ ਫਿਰ ਹਾਜ਼ਰ ਹੋਵਾਂਗੀ ਤੁਹਾਡੇ ਸਾਰਿਆਂ ਦੇ ਸਾਹਮਣੇ। ਤਦ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।